TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਇੱਕ ਜਾਣਕਾਰੀ ਭਰਪੂਰ ਸੈਗਮੈਂਟ ਤੁਹਾਡੇ ਲਈ ਪੇਸ਼ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਉਸ ਗੱਲਬਾਤ ਨੂੰ ਸ਼ਾਮਲ ਕਰਨ ਜਾ ਰਹੇ ਹਾਂ ਜਿਹੜਾ ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਦਰਸ਼ਕ ਉਹ ਹੋਣਗੇ ਜਿਹੜੇ ਕੈਨੇਡਾ ਵਿੱਚ ਬਹੁਤ ਸਾਰੇ ਸਾਲਾਂ ਤੋਂ ਆਏ ਹੋਏ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ PR ਨਹੀਂ ਸੀ ਹੋ ਰਹੀ। ਇਸ ਕਰਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਉਹ ਲੋਕ ਜਿਹੜੇ ਅੰਗਰੇਜ਼ੀ ਦੇ ਵਿੱਚ 5 ਬੈਂਡ ਵੀ ਨਹੀਂ ਸੀ ਲੈ ਸਕਦੇ, ਉਹਨਾਂ ਵਾਸਤੇ ਰਾਹਤ ਦੇ ਦਿੱਤੀ ਗਈ ਹੈ। ਜਿਹੜੇ ਲੋਕਾਂ ਦਾ 1 ਸਾਲ ਦਾ ਸਿਰਫ ਤਜਰਬਾ ਹੈ, ਉਹਨਾਂ ਨੂੰ ਕੈਨੇਡਾ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਤੇ ਜਿਹੜੇ ਵਿਦਿਆਰਥੀਆਂ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਆਪਣਾ ਕੋਰਸ ਪੂਰਾ ਕਰ ਲਿਆ, ਇਸ ਵਕਤ ਉਹਨਾਂ ਕੋਲੇ ਗ੍ਰੈਜੂਏਟ ਵਰਕ ਪਰਮਿਟ ਹੈ, ਉਹਨਾਂ ਵਾਸਤੇ ਵੀ ਇੱਕ ਵੱਡੀ ਰਾਹਤ ਦਾ ਐਲਾਨ ਕਰ ਦਿੱਤਾ ਹੈ। ਤੇ ਇਹਦੇ ਹੋਰ ਦਾਅ ਪੇਚ ਕਿਹੜੇ ਨੇ, ਇਹਦੀਆਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਕ ਦੁਬਿਧਾ ਜੀ ਪੈਦਾ ਹੋ ਗਈ ਹੈ ਕਿ ਕੌਣ ਕਿਹੜੇ ਕੱਚੇ ਲੋਕ ਪੱਕੇ ਕੀਤੇ ਜਾਣਗੇ। ਆਓ ਇਸ ਦੇ ਮੁਤਲਕ ਜਾਣਕਾਰੀ ਵਾਸਤੇ ਤੁਹਾਡੇ ਨਾਲ ਅੱਜ ਮੁਲਾਕਾਤ ਕਰਵਾਈਏ ਹੈਰੀਟੇਜ ਇਮੀਗ੍ਰੇਸ਼ਨ ਅਤੇ ਟੈਕਸ ਤੋਂ ਜਸਵੀਰ ਸਿੰਘ ਕਲੇਰ ਹੋਰਾਂ ਦੇ ਨਾਲ। ਕਲੇਰ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਥੈਂਕ ਯੂ ਤੁਹਾਡਾ, ਥੈਂਕ ਯੂ। ਕਲੇਰ ਸਾਹਿਬ, ਇੱਕ ਪ੍ਰੋਗਰਾਮ ਆਪਾਂ ਪਹਿਲਾਂ ਵੀ ਕੀਤਾ ਸੀ, ਉਹਦੇ ਤੋਂ ਪਹਿਲਾਂ ਵੀ ਕਈ ਪ੍ਰੋਗਰਾਮ ਆਪਾਂ ਇਮੀਗ੍ਰੇਸ਼ਨ ਦੇ ਮੁਤਲਕ ਕਰ ਚੁੱਕੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੇ ਟੈਕਸ ਵੀ ਭਰਨਾ, ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਉਹਦੀ ਵੀ ਪੁਖਤਾ ਜਾਣਕਾਰੀ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੀਏ। ਪਰ ਬੀਤੇ 2-3 ਦਿਨ ਤੋਂ ਇੱਕ ਲਗਾਤਾਰ ਖਬਰ ਅਤੇ ਆਲੇ ਦੁਆਲਿਓਂ ਹਰ ਇੱਕ ਦੂਸਰਾ ਚੌਥਾ ਫੋਨ ਇਹੋ ਹੀ ਆ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਕੱਚੇ ਬੰਦਿਆਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ। ਟਰੂਡੋ ਸਰਕਾਰ ਨੇ, ਮਾਰਕ ਮੈਡੋਚੀਨੋ ਨੇ ਇੱਕ ਵੱਡਾ ਐਲਾਨ ਕਰ ਦਿੱਤਾ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਜੀ, ਇਹ ਅਸਲ ਦੇ ਵਿੱਚ ਕੌਣ ਪੱਕੇ ਹੋਣਗੇ ਤੇ ਐਲਾਨ ਕੀ ਹੈ? ਬੈਨੀਪਾਲ ਸਾਹਿਬ, ਜਦੋਂ ਤੋਂ ਕਰੋਨਾ ਪੈਂਡੈਮਿਕ ਸਟਾਰਟ ਹੋਇਆ ਆ ਮਾਰਚ 2020 ਤੋਂ, ਉਦੋਂ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਵਿੱਚ ਬਾਹਰੋਂ ਆਉਣ ਵਾਲੇ ਕਿਸੇ ਵੀ ਪ੍ਰਵਾਸੀ ਦੀ ਜਿਹੜੀ ਐਂਟਰੀ ਆ ਉਹ ਜ਼ਿਆਦਾਤਰ ਬੰਦ ਹੈ। ਸਿਰਫ ਕੁਝ ਚੁਣਿੰਦਾ ਲੋਕ ਹੀ ਆ ਸਕਦੇ ਆ। ਜਿਸ ਤਰ੍ਹਾਂ ਪਹਿਲਾਂ ਹਰ ਸਾਲ ਕੈਨੇਡਾ ਦੇ ਵਿੱਚ 35 ਮਿਲੀਅਨ ਲੋਕ ਕੈਨੇਡਾ 'ਚ ਵਿਜ਼ਿਟ ਕਰਦੇ ਸੀਗੇ। ਇੱਕ ਸਾਲ ਦਾ ਐਵਰੇਜ ਰੈਕੋਰਡ ਕੈਨੇਡਾ ਦਾ ਹੁੰਦਾ ਆ। 35 ਮਿਲੀਅਨ ਲੋਕ ਕੈਨੇਡਾ ਦੇ ਅੰਦਰ ਆਉਂਦੇ ਆ, ਕੁਛ ਰਹਿ ਜਾਂਦੇ ਆ, ਕੁਛ ਚਲੇ ਜਾਂਦੇ ਆ। ਸੋ ਹੁਣ ਪਿਛਲੇ 1 ਸਾਲ ਤੋਂ ਜਿਹੋ ਜਿਹੀ ਪੈਂਡੈਮਿਕ ਨਾਲ ਸਾਰਾ ਵਰਲਡ ਜੂਝ ਰਿਹਾ ਆ, ਉਹਦੇ ਅਕੋਰਡਿੰਗਲੀ ਕੈਨੇਡਾ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨਸ ਬਹੁਤ ਲੱਗੀਆਂ ਹੋਈਆਂ ਆ। ਅਤੇ ਕੈਨੇਡਾ ਦੀ ਆਪਣੀ ਜਿਹੜੀ ਲੋਕਲ ਪੋਪੂਲੇਸ਼ਨ ਗਰੋਥ ਹੈ ਉਹ ਬਹੁਤ ਹੀ ਜ਼ਿਆਦਾ ਮਿਨੀਮਮ ਹੈ, ਬਹੁਤ ਜ਼ਿਆਦਾ ਘੱਟ ਰਹੀ ਆ। ਜੇ ਇੱਕ ਸਰਵੇ ਨੂੰ ਇੱਥੇ ਨਾਲ ਕਨੈਕਟ ਕੀਤਾ ਜਾਵੇ ਤਾਂ ਅਕੋਰਡਿੰਗ ਟੂ ਦਾ ਗਵਰਨਮੈਂਟ ਆਫ ਕੈਨੇਡਾ, ਇੱਕ ਬਜ਼ੁਰਗ ਦੇ ਪਿੱਛੇ, ਇੱਕ ਰਿਟਾਇਰਡ ਪਰਸਨ ਦੇ ਪਿੱਛੇ ਅੱਗੇ 6 ਵਰਕਿੰਗ ਹੈਂਡਸ ਹੁੰਦੇ ਸੀਗੇ। ਮਤਲਬ ਇਹ ਜਿਹੜਾ ਅਨੁਪਾਤ ਆ, ਰੇਸ਼ੋ ਆ, 1:6 ਦੀ ਹੁੰਦੀ ਸੀਗੀ, ਜਿਹੜੀ ਕਿ ਹੁਣ ਘੱਟ ਕੇ 1:3 ਦੀ ਰਹਿ ਗਈ ਆ। ਮਤਲਬ ਕਿ ਇੱਕ ਰਿਟਾਇਰਡ ਪਰਸਨ ਦੇ ਪਿੱਛੇ 3 ਲੋਕ ਜਿਹੜੇ ਆ ਉਹ ਕੰਮ ਕਰਨ ਵਾਲੇ ਰਹਿ ਗਏ ਆ। ਜੇ ਇਹ ਇਮੀਗ੍ਰੇਸ਼ਨ ਜਾਂ ਪਾਪੂਲੇਸ਼ਨ ਵਰਕਿੰਗ ਹੈਂਡਸ ਦੀ ਗਰੋਥ ਨਹੀਂ ਹੁੰਦੀ ਤਾਂ ਇਹ ਘੱਟ ਕੇ ਹੋਰ ਵੀ 2 ਹੋ ਜਾਣਗੇ, ਜਿਹਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਅਸੀਂ ਲੋਕ ਜਾਂ ਬਾਕੀ ਰਹਿ ਰਹੇ ਆ, ਜਿਹੜੀਆਂ ਸੁੱਖ ਸਹੂਲਤਾਂ ਮਾਣ ਰਹੇ ਆ, ਜਿਹੜੀਆਂ ਪਬਲਿਕ ਸਰਵਿਸਿਜ਼ ਦੇ ਉੱਤੇ ਅਸੀਂ ਰਿਲਾਈ ਕਰਦੇ ਹਾਂ, ਫ੍ਰੀ ਸਰਵਿਸਿਜ਼ ਬਹੁਤ ਯੂਜ਼ ਕਰਦੇ ਹਾਂ, ਉਹ ਜਿਹੜੀਆਂ ਘਟਦੀਆਂ ਜਾਣਗੀਆਂ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਪਨਸੇਟ ਕਰਨ ਲਈ, ਫੰਡਿੰਗ ਕਰਨ ਵਾਸਤੇ ਲੋਕਾਂ ਦਾ ਕੈਨੇਡਾ 'ਚ ਹੋਣਾ ਬਹੁਤ ਜ਼ਰੂਰੀ ਆ। ਹਿਊਮਨ ਕੈਪੀਟਲ ਦਾ ਹੋਣਾ ਜ਼ਰੂਰੀ ਆ, ਜਿਹੜੇ ਆ ਕੇ ਬਿਜ਼ਨਸ ਕਰਨਗੇ, ਜੋਬਾਂ ਕਰਨਗੇ, ਟੈਕਸ ਕ੍ਰੀਏਟ ਹੋਏਗਾ। ਸੋ ਇਸ ਤਰ੍ਹਾਂ ਕੰਟਰੀ ਦੀ ਇੱਕ ਓਵਰਆਲ GDP ਦੇ ਵਿੱਚ ਵੀ ਗਰੋਥ ਹੁੰਦੀ ਆ। ਹੁਣ ਇਮੀਗ੍ਰਾਂਟ ਪਾਪੂਲੇਸ਼ਨ ਜਿਹੜੀ ਆ ਉਹ ਕੈਨੇਡਾ ਦੀ ਇਹ ਸਾਰੀ ਚੀਜ਼ ਜਿਹੜੀ ਸ਼ਾਰਟਫਾਲ ਆ ਉਹਨੂੰ ਲੰਬੇ ਟਾਈਮ ਤੋਂ ਪੂਰਾ ਕਰਦੀ ਆ ਰਹੀ ਆ। ਉਹ ਜਿਹੜੇ ਰਿਟਾਇਰਮੈਂਟ ਜਿਸ ਰੇਟ 'ਤੇ ਹੁੰਦੀ ਆ, ਉਸ ਤੋਂ ਤਿੱਗਣੇ ਚੌਗਣੇ ਰੇਟ 'ਤੇ ਵਰਕਿੰਗ ਹੈਂਡ ਕੈਨੇਡਾ ਦੇ ਵਿੱਚ ਇੰਜੈਕਟ ਹੋ ਜਾਂਦੇ ਆ। ਪਰ ਹੁਣ ਪਿਛਲੇ 1 ਸਾਲ ਤੋਂ ਉਹ ਇੰਜੈਕਟ ਨਹੀਂ ਹੋ ਰਿਹਾ। ਸੋ ਇਸ ਵਾਸਤੇ ਕੈਨੇਡਾ ਤੋਂ ਹੁਣ ਰਿਲਾਈ ਕਰਨਾ ਪੈ ਰਿਹਾ ਆ ਜਿਹੜੇ ਕੈਨੇਡਾ ਦੇ ਅੰਦਰ ਆਏ ਹੋਏ ਵਿਜ਼ਿਟਰਸ, ਵਰਕ ਪਰਮਿਟ ਵਾਲੇ ਜਾਂ ਸਟੂਡੈਂਟਸ ਆ, ਜਿਨ੍ਹਾਂ ਦੇ ਕੋਲ ਹਜੇ ਟੈਂਪਰੇਰੀ ਸਟੇਟਸ ਹੈ ਕਿਸੇ ਵੀ ਤਰ੍ਹਾਂ ਦਾ। ਸੋ ਇਹ ਪੈਂਡੈਮਿਕ ਉਹਨਾਂ ਸਾਰਿਆਂ ਵਾਸਤੇ, ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਹੈਲਪਫੁਲ ਚੀਜ਼ ਬਣ ਕੇ ਆ ਰਿਹਾ ਆ, ਕਿਉਂਕਿ ਬਾਹਰੋਂ ਆਉਣ ਵਾਲੇ ਜਿਹੜੇ ਲੋਕ ਹੈ, ਕੈਨੇਡਾ ਨਹੀਂ ਹਜੇ ਚਾਹੁੰਦਾ ਕਿ ਬਾਹਰੋਂ ਹਜੇ ਲੋਕ ਵੱਡੀ ਗਿਣਤੀ ਦੇ ਵਿੱਚ ਕੈਨੇਡਾ 'ਚ ਆਉਣ, ਡਿਊ ਟੂ ਵੇਰੀਐਂਟ ਜਿਹੜੇ ਡਿਫਰੈਂਟ ਬਣ ਰਹੇ ਆ। ਇਸੇ ਚੀਜ਼ ਨੂੰ ਮੱਦੇਨਜ਼ਰ ਬਹੁਤ ਸਾਰੇ ਲੋਕਾਂ ਵੱਲੋਂ ਵੱਖਰੀਆਂ ਕੰਪੇਨਸ, ਰਿਕੁਐਸਟ ਭੇਜੀਆਂ ਜਾ ਰਹੀਆਂ ਸੀ। ਗਵਰਨਮੈਂਟ ਉਹਨਾਂ ਦੀ ਆਵਾਜ਼ ਸੁਣ ਰਹੀ ਸੀ। ਇੱਕ ਪਾਸੇ ਉਹਨਾਂ ਦੇ ਕੋਲ ਡੇਟਾ ਆ, ਇੱਕ ਪਾਸੇ ਉਹਨਾਂ ਦੇ ਕੋਲ ਪੈਂਡੈਮਿਕ ਹੈ, ਕਿਸ ਤਰ੍ਹਾਂ ਉਹਨੂੰ ਉਹ ਕੰਬੈਟ ਕਰਨ। ਅਤੇ ਹਿਊਮਨ ਕੈਪੀਟਲ ਨੂੰ ਕੈਪੀਟਲਾਈਜ਼ ਕਰਨ ਵਾਸਤੇ ਉਹਨਾਂ ਦੇ ਕੋਲ ਕੋਈ ਹੋਰ ਬਹੁਤਾ ਸ਼ਾਇਦ ਅਲਟਰਨੇਟਿਵ ਨਹੀਂ ਰਹਿ ਗਿਆ।
ਜਿਹੜਾ ਕਿ ਹੋਣਾ ਵੀ ਇਸੇ ਤਰੀਕੇ ਨਾਲ ਚਾਹੀਦਾ ਕਿ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਕਿਸੇ ਵੀ ਸਟੇਟਸ ਤੇ ਲੀਗਲ ਤਰੀਕੇ ਨਾਲ ਆਏ ਹੋਏ ਆ, ਉਹਨਾਂ ਨੂੰ ਪ੍ਰਾਇਓਰਿਟੀ ਮਿਲਣੀ ਚਾਹੀਦੀ ਆ ਪਰਮਾਨੈਂਟ ਰੈਜ਼ੀਡੈਂਟ 'ਚ ਟ੍ਰਾਂਜੀਸ਼ਨ ਹੋਣ ਲਈ। ਸੋ ਹੁਣ ਰੀਸੈਂਟਲੀ ਗਵਰਨਮੈਂਟ ਨੇ ਪਬਲਿਕ ਪਾਲਿਸੀਜ਼ ਅਨਾਊਂਸ ਕੀਤੀਆਂ ਆ, ਜਿਹਦੇ ਵਿੱਚ ਜੋ ਆਪਣੇ ਇੰਡੀਅਨ ਡਾਇਸਪੋਰਾ ਨੂੰ ਜ਼ਿਆਦਾ ਬੈਨੀਫਿਸ਼ੀਅਲ ਹੈਗੀਆਂ ਆ, ਉਹ ਹੈਗੀਆਂ ਆ ਕਿ ਇੱਕ ਉਹ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਆਏ ਹੋਏ ਆ, ਜਿਨ੍ਹਾਂ ਨੇ ਰੀਸੈਂਟਲੀ ਕਿਸੇ ਵੀ ਆਥੋਰਾਈਜ਼ਡ ਐਲੀਜੀਬਲ ਕਾਲਜ, ਇੱਥੇ ਪ੍ਰਾਈਵੇਟ ਕਾਲਜ ਦੀ ਬਿਲਕੁਲ ਗੱਲ ਨਹੀਂ ਹੋ ਰਹੀ, ਆਥੋਰਾਈਜ਼ਡ ਐਲੀਜੀਬਲ ਕਾਲਜ ਤੋਂ ਜਿਨ੍ਹਾਂ ਨੇ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਆ, ਐਜੂਕੇਸ਼ਨ ਪੂਰੀ ਕੀਤੀ ਆ, ਜਿਨ੍ਹਾਂ ਦੇ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਚੁੱਕਾ ਆ, ਉਹਨਾਂ ਨੂੰ ਕਿਸੇ ਵੀ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਕਿਸੇ ਪਰਮਾਨੈਂਟ ਜੌਬ ਆਫਰ ਦੀ ਜ਼ਰੂਰਤ ਨਹੀਂ, ਸਿਰਫ ਉਹਨਾਂ ਦੇ ਕੋਲ ਵਰਕ ਪਰਮਿਟ ਪੋਸਟ ਗ੍ਰੈਜੂਏਸ਼ਨ ਵਾਲਾ ਹੋਣਾ ਚਾਹੀਦਾ ਆ ਜੀ, ਪਲੱਸ ਦੇ ਮਸਟ ਬੀ ਵਰਕਿੰਗ, ਉਹ ਕਿਤੇ ਨਾ ਕਿਤੇ ਕੰਮ ਕਰਦੇ ਹੋਣੇ ਚਾਹੀਦੇ ਆ, ਜੌਬ ਕੋਈ ਵੀ ਹੋਵੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅੱਗੇ ਜੌਬ ਚਾਹੀਦੀ ਹੈ ਸਾਨੂੰ ਸਕਿੱਲ ਲੈਵਲ ਦੀ, ਕੋਈ ਸੁਪਰਵਾਈਜ਼ਰ, ਕੋਈ ਪਲੰਬਰ, ਕੋਈ ਕਾਰਪੈਂਟਰ, ਸਕਿੱਲ ਲੈਵਲ ਜੀ। ਪਰ ਇਹ ਜਿਹੜੀ ਅਨਾਊਂਸਮੈਂਟ ਰੀਸੈਂਟ ਹੋਈ ਆ, ਪਾਥਵੇ ਟੂ ਇਮੀਗ੍ਰੇਸ਼ਨ ਫॉर ਇੰਟਰਨੈਸ਼ਨਲ ਸਟੂਡੈਂਟਸ, ਰੀਸੈਂਟ ਇੰਟਰਨੈਸ਼ਨਲ ਸਟੂਡੈਂਟਸ, ਇਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਰੱਖੀ ਗਈ ਕਿ ਤੁਹਾਡੇ ਕੋਲ ਜੌਬ ਦਾ ਲੈਵਲ ਕੀ ਹੋਣਾ ਚਾਹੀਦਾ ਆ, ਤੇ ਕੋਈ ਇਹ ਨਹੀਂ ਆ ਕਿ ਤੁਹਾਨੂੰ 6 ਮਹੀਨੇ ਕੰਮ ਕਰਨਾ ਪਏਗਾ ਜਾਂ ਮਹੀਨਾ ਕੰਮ ਕਰਨਾ ਪਏਗਾ। ਸੋ ਪਹਿਲੀ ਕੰਡੀਸ਼ਨ, ਤੁਸੀਂ ਕੈਨੇਡਾ ਦੇ ਵਿੱਚ ਐਲੀਜੀਬਲ ਕਾਲਜ ਤੋਂ ਸਟੱਡੀ ਕੰਪਲੀਟ ਕੀਤੀ ਹੋਣੀ ਚਾਹੀਦੀ ਆ ਜਨਵਰੀ 2017 ਤੋਂ ਬਾਅਦ ਜੀ। ਤੇ ਸੈਕੰਡ, ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੀ ਹੋਣਾ ਚਾਹੀਦਾ ਆ। ਥਰਡ, ਤੁਹਾਡੇ ਕੋਲ 5 ਬੈਂਡ CLB ਮਤਲਬ ਆਈਲਟਸ ਦੇ 5 ਬੈਂਡ ਜਾਂ CLB 5 ਉਹ ਹੋਣਾ ਚਾਹੀਦਾ ਆ। ਤੇ ਅਗਰ ਤੁਹਾਡੇ ਕੋਲ ਇਹ 3 ਚੀਜ਼ਾਂ ਕੰਡੀਸ਼ਨਸ ਮੀਟ ਕਰਦੀਆਂ ਨੇ ਤਾਂ ਤੁਸੀਂ ਜਿਹੜਾ 6 ਮਈ ਤੋਂ ਪ੍ਰੋਗਰਾਮ ਗਵਰਨਮੈਂਟ ਨੇ ਅਨਾਊਂਸ ਕੀਤਾ ਆ, ਪ੍ਰੋਗਰਾਮ 6 ਮਈ ਨੂੰ ਓਪਨ ਹੋਏਗਾ, 5 ਨਵੰਬਰ ਤੱਕ ਚੱਲੇਗਾ। 40,000 ਐਪਲੀਕੇਸ਼ਨਸ ਟੋਟਲ ਲਈਆਂ ਜਾਣਗੀਆਂ। ਜਦੋਂ ਇਹ ਐਪਲੀਕੇਸ਼ਨਸ ਫਿਲ ਹੋ ਗਈਆਂ ਉਦੋਂ ਹੀ ਇਹ ਪ੍ਰੋਗਰਾਮ ਫਿਰ ਉਹ ਕੈਪ ਰੀਚ ਹੋ ਜਾਏਗੀ ਤਾਂ ਐਪਲੀਕੇਸ਼ਨਸ ਉਹ ਨਹੀਂ ਐਕਸੈਪਟ ਕਰਨਗੇ। ਸੋ ਇਹ ਪਹਿਲਾ ਪਾਥਵੇ ਆ ਫॉर ਦਾ ਇੰਟਰਨੈਸ਼ਨਲ ਸਟੂਡੈਂਟਸ। ਅੱਛਾ, ਹੁਣ ਇਹਦੇ ਵਿੱਚ ਮੈਨੂੰ ਦੱਸਿਓ ਜਸਵੀਰ ਸਿੰਘ, ਬਹੁਤ ਸਾਰੇ ਦਰਸ਼ਕਾਂ ਦੇ ਵਿੱਚ ਹੋ ਸਕਦਾ ਕਿ ਉਹਦੀ ਦੁਬਿਧਾ ਪੈਦਾ ਹੋ ਜਾਏ। ਆਪਣੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਪਹਿਲਾਂ ਵੀ ਮੈਨੂੰ ਪੰਜਾਬ ਤੋਂ ਕਈ ਫੋਨ ਆਏ ਨੇ ਕਿ ਆਪਣੀ ਧੀ ਰਾਣੀ ਇੱਥੇ ਗਈ ਹੋਈ ਹੈ, ਹਾਲੇ 1.5 ਜਾਂ 2 ਸਾਲ ਉਹਨਾਂ ਨੂੰ ਹੋਏ ਨੇ। ਆਹ ਜਿਹੜੀ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੀ ਡਿਗਰੀ ਜਾਂ ਡਿਪਲੋਮਾ 2017 ਤੋਂ ਬਾਅਦ ਪੂਰਾ ਕੀਤਾ ਹੋਵੇ ਤੇ ਨਾਲ ਉਹਨਾਂ ਕੋਲੇ ਗ੍ਰੈਜੂਏਸ਼ਨ ਵਰਕ ਪਰਮਿਟ ਹੋਣਾ ਲਾਜ਼ਮੀ ਹੈ, ਇਹੋ ਹੀ ਹੈ ਨਾ ਜੀ? ਜਨਵਰੀ 2017 ਤੋਂ ਔਨਵਰਡਸ ਡਿਪਲੋਮਾ ਪੂਰਾ ਹੋਵੇ ਤੇ ਦੂਸਰੀ ਕੰਡੀਸ਼ਨ ਬਿਲਕੁਲ ਸਹੀ ਹੈ। ਬਿਲਕੁਲ ਸਹੀ ਹੈ। ਤੇ ਦੂਸਰੀ ਇੱਕ ਮੈਨੂੰ ਹੋਰ ਦੱਸਿਓ ਕਿ ਬਹੁਤ ਸਾਰੇ, ਜਿਸ ਤਰ੍ਹਾਂ ਤੁਸੀਂ ਹੁਣੀ ਗੱਲ ਕੀਤੀ ਹੈ, ਕਿਉਂਕਿ ਜਿਹੜਾ 75 ਪੁਆਇੰਟਸ ਵਾਲਾ ਜਿਸ ਤਰ੍ਹਾਂ ਆਪਾਂ ਬੀਤੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਡਰਾਅ ਆਈ ਸੀ, ਉਹਦੇ ਵਿੱਚ ਸੀ ਕੋਈ ਨੌਕ ਭਾਈ A ਵਾਲੇ ਚਾਹੀਦੇ ਆ, B ਵਾਲੇ ਚਾਹੀਦੇ ਆ, ਭਾਵ ਜਿਹੜੇ ਲੇਬਰਰ ਨੇ, ਜਿਹੜੇ ਹੈਲਪਰ ਨੇ, ਉਹ ਉਹਦੇ ਵਿੱਚ ਐਲੀਜੀਬਲ ਨਹੀਂ ਸੀ ਹੁੰਦੇ। ਹੁਣ ਹੋ ਸਕਦਾ ਕੋਈ ਗੈਸ ਸਟੇਸ਼ਨ ਤੇ ਕੰਮ ਕਰਦਾ ਹੋਵੇ, ਕੋਈ 7-Eleven ਤੇ ਕੰਮ ਕਰਦਾ ਹੋਵੇ, ਜਾਂ ਕਿਸੇ ਨਾਲ ਫਰੇਮਰ ਦੇ ਤੌਰ ਤੇ ਕੰਮ ਕਰਦਾ ਹੋਵੇ, ਫਰੇਮਰ ਨਾਲ ਹੈਲਪਰ ਦੇ ਤੌਰ ਤੇ ਕੰਮ ਕਰਦਾ ਹੋਵੇ, ਕਿ ਸਾਰੇ ਬੰਦੇ ਇਹਦੇ 'ਚ ਫਿੱਟ ਹੋ ਜਾਣਗੇ ਜੀ? ਹਾਂ ਬਿਲਕੁਲ ਜੀ, ਇਹੀ ਇਸ ਜਿਹੜਾ 40,000 ਵਾਲਾ ਇਹ ਪਾਥਵੇ ਬਣਾਇਆ ਗਿਆ ਨਵਾਂ, ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਆ ਕਿ ਇਹਦੇ ਵਿੱਚ ਜੌਬ ਦਾ ਕੋਈ ਲੈਵਲ ਰਿਕੁਆਇਰਡ ਨਹੀਂ ਹੈ। ਤੁਹਾਨੂੰ ਕੋਈ ਸਪੈਸ਼ਲਾਈਜ਼ਡ ਕੋਈ ਸਕਿੱਲ ਲੈਵਲ ਦੀ ਰਿਕੁਆਇਰਮੈਂਟ ਨਹੀਂ ਆ ਕਿ ਤੁਹਾਡਾ ਵੇਜ ਰੇਟ $25 ਹੋਵੇ, ਤੁਸੀਂ ਮੈਨੇਜਰ ਹੋਵੋ, ਤੁਸੀਂ ਸੁਪਰਵਾਈਜ਼ਰ ਹੋਵੋ, ਤੁਸੀਂ ਜੋ ਵੀ ਹੋ, ਤੁਸੀਂ ਰੀਸੈਂਟ ਗ੍ਰੈਜੂਏਟ ਹੋਣੇ ਚਾਹੀਦੇ ਆ, ਵਰਕ ਪਰਮਿਟ ਕੋਲ ਹੋਣਾ ਚਾਹੀਦਾ ਤੇ CLB ਲੈਵਲ 5 ਦਾ ਇੰਗਲਿਸ਼ ਟੈਸਟ ਹੋਣਾ ਚਾਹੀਦਾ ਆ। ਤੁਸੀਂ ਇਸ ਪ੍ਰੋਗਰਾਮ 'ਚ ਐਲੀਜੀਬਲ ਹੈ। ਇਹ ਤਾਂ ਹੋ ਗਿਆ ਸਿਰਫ ਸਟੂਡੈਂਟਸ ਵਾਸਤੇ, ਸਟੂਡੈਂਟਸ ਲਈ। ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆ ਕੇ ਕੋਈ ਨਾ ਕੋਈ ਹੋਰ ਵਰਕ ਪਰਮਿਟ ਲੈ ਲਿਆ ਸੀ, ਕੋਈ ਹੈਲਥ ਕੇਅਰ 'ਚ ਕਰ ਰਿਹਾ ਸੀ, ਕੋਈ ਹੋਰ ਕੰਮ ਕਰ ਰਿਹਾ ਸੀ, ਉਹਨਾਂ ਵਾਸਤੇ ਵੀ ਕੁਝ ਨਾ ਕੁਝ ਹੈ ਜੀ ਇਹਦੇ ਵਿੱਚ? ਉਹਨਾਂ ਵਾਸਤੇ ਸੈਕੰਡ ਸਟਰੀਮ ਹੈ ਫॉर ਦਾ ਇੰਟਰਨੈਸ਼ਨਲ ਜਿਹੜੇ ਵਰਕ ਪਰਮਿਟ ਹੋਲਡਰਸ ਆ। ਅਗਰ ਉਹਨਾਂ ਨੇ ਕਿਸੇ ਨੇ ਫਾਰਮ ਦਾ ਵਰਕ ਪਰਮਿਟ ਲੈ ਲਿਆ ਸੀ, ਕਿਸੇ ਦੇ ਕੋਲ ਕਾਰਪੈਂਟਰ ਹੈ, ਕੋਈ ਪਲੰਬਰ ਹੈ, ਕੋਈ ਇਲੈਕਟ੍ਰੀਸ਼ੀਅਨ ਹੈ, ਉਹਦੇ ਵਿੱਚ 2 ਸਟਰੀਮਸ ਉਹਨਾਂ ਨੇ ਬਣਾਈਆਂ ਆ। ਇੱਕ ਹੈਗੀਆਂ ਅਸੈਂਸ਼ੀਅਲ ਵਰਕਰਸ ਫॉर ਹੈਲਥ ਕੇਅਰ ਸਟਰੀਮ। ਹੈਲਥ ਕੇਅਰ ਦੇ ਵਿੱਚ ਆਕੂਪੇਸ਼ਨਸ ਰੱਖੇ ਗਏ ਆ, ਉਹਦੀ ਲਿਸਟ ਇੰਟਰਨੈਟ ਤੇ ਅਵੇਲੇਬਲ ਹੈ। ਦੂਸਰੀ ਸਟਰੀਮ ਹੈ, ਉਹਦੇ ਵਿੱਚ ਹੈਗੇ ਆ ਕਿ ਜਿੰਨੇ ਵੀ ਹੋਰ ਆਕੂਪੇਸ਼ਨਸ ਹੈ 95 ਅਸੈਂਸ਼ੀਅਲ ਵਰਕਰ, ਇੱਕ ਹੈਲਥ ਕੇਅਰ, ਇੱਕ ਅਸੈਂਸ਼ੀਅਲ ਵਰਕਰਸ। ਅਸੈਂਸ਼ੀਅਲ ਵਰਕਰ ਦੀ ਲਿਸਟ ਵੀ 95 ਤੋਂ ਉੱਪਰ ਆਕੂਪੇਸ਼ਨਸ ਆ, ਜਿਹਦੇ ਵਿੱਚ ਬੇਸਿਕਲੀ ਕਾਰਪੈਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਰੱਕ ਡਰਾਈਵਰਸ ਵੀ ਆਉਂਦੇ ਆ, ਹੋਰ ਬਹੁਤ ਸਾਰੇ ਫਾਰਮ ਵਰਕਰ ਵੀ ਉਹਦੇ ਵਿੱਚ ਆਉਂਦੇ ਆ। ਬੜੀ ਲੰਬੀ ਲਿਸਟ ਹੈ, ਇੰਟਰਨੈਟ ਤੇ ਅਵੇਲੇਬਲ ਹੈ। ਉਸ ਇੰਟਰਨੈਟ ਲਿਸਟ ਨੂੰ ਕੋਈ ਵੀ ਜਾ ਕੇ ਸਰਚ ਆਊਟ ਕਰ ਸਕਦਾ ਹੈ, ਆਪਣਾ ਆਕੂਪੇਸ਼ਨ ਦੇਖ ਸਕਦਾ ਹੈ। ਸੋ ਉਸ ਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਨੰਬਰ 1 ਤੁਹਾਡਾ ਆਕੂਪੇਸ਼ਨ ਲਿਸਟ A ਜਾਂ ਲਿਸਟ B ਦੇ ਵਿੱਚੋਂ ਕਿਸੇ ਇੱਕ ਵਿੱਚ ਹੋਣਾ ਚਾਹੀਦਾ ਹੈ। ਅੱਛਾ, 1 year ਐਕਸਪੀਰੀਅੰਸ ਦੀ ਡਿਊਰੇਸ਼ਨ ਪੂਰੀ ਹੋ ਚੁੱਕੀ ਹੋਣੀ ਚਾਹੀਦੀ ਹੈ ਜੀ। ਨੰਬਰ 2
ਤੁਹਾਡੇ ਕੋਲ 4 CLB ਬੈਂਡ, ਮਤਲਬ ਸਿਰਫ 4? CLB 4 ਦੇ ਵਿੱਚ ਆਈਲਟਸ ਦੇ ਵਿੱਚ 4, 4.5 ਤੇ 3.5 ਉਹ ਇੰਟਰਨੈਟ ਤੇ ਅਵੇਲੇਬਲ ਹੈ, ਉਹਦਾ ਕਨਵਰਜਨ ਟੇਬਲ। ਤੇ ਉਹਦੇ ਵਿੱਚ 5 ਦੀ ਰਿਕੁਆਇਰਮੈਂਟ ਨਹੀਂ ਆ, 4, 4.5, 3.5 ਦੀ ਰਿਕੁਆਇਰਮੈਂਟ ਹੈ। ਉਹ ਆਈਲਟਸ ਜਾਂ ਸੈਲਫ ਦੋਨਾਂ ਦੇ ਵਿੱਚੋਂ ਕੋਈ ਵੀ ਟੈਸਟ ਤੁਹਾਡਾ ਹੋਣਾ ਚਾਹੀਦਾ ਆ। 1 ਈਅਰ ਦਾ ਐਕਸਪੀਰੀਅੰਸ ਪਲੱਸ ਤੁਹਾਡਾ ਆਕੂਪੇਸ਼ਨ ਹੈਲਥ ਅਸੈਂਸ਼ੀਅਲ ਵਰਕਰਸ ਜਾਂ ਅਸੈਂਸ਼ੀਅਲ ਵਰਕਰਸ ਜਿਹੜੇ ਨਾਰਮਲ ਉਹਨਾਂ ਨੇ ਲਿਸਟ ਤਿਆਰ ਕੀਤੀ ਆ, ਉਹਨਾਂ ਦੇ ਵਿੱਚ ਕਿਸੇ ਇੱਕ ਵਿੱਚ ਹੋਣਾ ਚਾਹੀਦਾ ਆ। ਪਲੱਸ ਉਸ ਤੋਂ ਬਾਅਦ 1 ਸਾਲ ਐਕਸਪੀਰੀਅੰਸ ਪੂਰਾ ਹੋਣ ਤੋਂ ਬਾਅਦ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਉਹਦੇ ਵਿੱਚ ਹੀ ਕੰਮ ਕਰ ਰਹੇ ਹੋ। ਤੁਸੀਂ 1 ਸਾਲ ਐਕਸਪੀਰੀਅੰਸ ਤੋਂ ਬਾਅਦ ਜੌਬ ਚੇਂਜ ਵੀ ਕੀਤੀ ਹੋ ਸਕਦੀ ਆ। ਹੋ ਸਕਦਾ ਤੁਹਾਡੇ ਕੋਲ ਓਪਨ ਪਰਮਿਟ ਹੋਵੇ, ਹੋ ਸਕਦਾ ਤੁਹਾਡੇ ਕੋਲ LMI ਬਾਅਦ ਵਿੱਚ ਚੇਂਜ ਕਰਕੇ ਤੁਸੀਂ ਕੁਝ ਹੋਰ ਪਰਮਿਟ ਲੈ ਲਿਆ ਹੋਵੇ। ਤੁਹਾਡਾ ਜਿਹੜਾ ਪੁਰਾਣਾ ਵਰਕ ਐਕਸਪੀਰੀਅੰਸ ਆ ਉਹ ਵੈਲਿਡ ਹੈ, ਉਹਦੇ ਵਾਸਤੇ ਤੁਸੀਂ ਇੰਪਲੋਇਡ ਜ਼ਰੂਰ ਹੋਣੇ ਚਾਹੀਦੇ ਆ, ਪਰ ਜ਼ਰੂਰੀ ਨਹੀਂ ਕਿ ਤੁਸੀਂ ਉਸੇ ਆਕੂਪੇਸ਼ਨ ਦੇ ਵਿੱਚ ਇੰਪਲੋਇਡ ਹੋਣੇ ਚਾਹੀਦੇ ਆ। ਤੇ ਪਰਿਵਾਰ ਵੀ ਤੁਹਾਡੇ ਨਾਲ ਹੀ ਇਹਦੇ ਵਿੱਚ PR ਹੋਣਗੇ। ਤੇ ਇੱਕ ਕੁਐਸਚਨ ਇਹਦੇ ਵਿੱਚ ਹੋਰ ਲੋਕ ਥੋੜਾ ਕਨਫਿਊਜ਼ ਹੋ ਜਾਂਦੇ ਨੇ ਕਿ ਅਗਰ ਅਸੀਂ TOEFL ਕਰ ਲਈਏ, ਕਿਉਂਕਿ ਜਦੋਂ ਤੋਂ ਇਹ ਪ੍ਰੋਗਰਾਮ ਪਰਸੋਂ ਤੋਂ ਅਨਾਉਂਸ ਹੋਇਆ ਤਾਂ ਨੈਚੁਰਲੀ ਫਲੱਡ ਆ ਚੁੱਕਾ ਹੈ। ਐਪਲੀਕੇਸ਼ਨਸ ਸਟੂਡੈਂਟਸ ਦੀਆਂ 40,000 ਹੈ, ਵਰਕ ਪਰਮਿਟ ਵਾਲਿਆਂ ਦੀਆਂ 30,000 ਤੇ 20,000 ਹੈ, ਟੋਟਲ 90,000 ਹੈ। ਪਰ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋਏਗੀ, 2 ਲੱਖ, 3 ਲੱਖ, 4 ਲੱਖ, ਕੁਝ ਵੀ ਹੋ ਸਕਦੀ ਆ। ਉਹ ਸਾਰਿਆਂ ਨੇ ਹੁਣ ਇੱਕੋ ਦਮ ਹੀ ਫਲੱਡ ਕਰ ਦਿੱਤੀਆਂ ਆਈਲਟਸ ਦੀ ਤੇ ਸੈਲਫ ਦੀਆਂ ਵੈਬਸਾਈਟ ਜਿਹੜੀਆਂ ਕ੍ਰੈਸ਼ ਪਈਆਂ ਨੇ। ਹਰ ਬੰਦਾ ਹੁਣ ਦੌੜ ਰਿਹਾ ਹੈ ਕਿ ਸੈਲਫ ਕਰ ਲਵਾਂ। ਸੋ ਇਸ ਕਰਕੇ ਥੋੜਾ ਵਕਤ ਲੱਗੇਗਾ, ਪਰ ਕਿਉਂਕਿ ਫਸਟ ਕਮ ਫਸਟ ਸਰਵ ਸਿਸਟਮ ਕ੍ਰੀਏਟ ਕਰ ਦਿੱਤਾ ਗਿਆ ਹੈ, ਇਸ ਕਰਕੇ ਥੋੜਾ ਮੁਸ਼ਕਿਲ ਵੀ ਹੋਏਗਾ ਕਿ ਪਹਿਲੇ 40,000 ਦੇ ਵਿੱਚ ਜਾਂ ਪਹਿਲੇ 30 ਜਾਂ ਪਹਿਲੇ 20,000 ਚ ਕਿਸੇ ਤਰ੍ਹਾਂ ਨੰਬਰ ਲੱਗ ਜਾਵੇ। ਅੱਛਾ, ਹੁਣ ਤੁਸੀਂ ਦੱਸ ਰਹੇ ਹੋ ਕਿ ਕੁੱਲ ਨੰਬਰ 90,000 ਹੈ, ਪਰ ਇਹ ਦੱਸੋ ਕਿ 90,000 ਫੈਮਲੀਆਂ ਹੋਈਆਂ ਜਾਂ 90,000 ਇੰਡੀਵਿਜੂਅਲ ਹੋਏ ਜੀ? ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਨਹੀਂ, ਇਹਦਾ ਜੀ ਫੋਰ ਐਗਜ਼ਾਮਪਲ ਅਗਰ ਮੈਂ ਉਹਦੇ ਵਿੱਚ ਇੱਕ ਐਪਲੀਕੈਂਟ ਦੇ ਤੌਰ ਤੇ ਫਾਈਲ ਪਾਉਣਾ ਆ, ਮੇਰੀ ਵਾਈਫ ਤੇ ਮੇਰੇ ਬੱਚੇ ਵੀ ਨਾਲ ਹੀ ਮੇਰੇ PR ਹੋਣਗੇ। ਅੱਛਾ, ਇਹਦਾ ਮਤਲਬ ਇਹ ਗਿਣਤੀ 90 ਨਹੀਂ, ਇਹ 90 ਨੂੰ 4 ਨਾਲ ਵੀ ਗੁਣਾ ਕੀਤਾ ਜਾ ਸਕਦਾ ਹੈ, 2 ਨਾਲ ਵੀ ਹੋ ਸਕਦਾ ਹੈ, 3 ਨਾਲ ਵੀ ਹੋ ਸਕਦਾ ਹੈ। ਡਿਪੈਂਡ ਕਰਦਾ ਕਿ ਫੈਮਿਲੀ ਸਾਈਜ਼ ਕਿੱਡਾ ਹੈ। ਫੈਮਿਲੀ ਸਾਈਜ਼ ਕਿੱਡਾ, ਜਿਹਦੇ ਵਿੱਚ 22 ਸਾਲ ਤੋਂ ਘੱਟ ਦੇ ਬੱਚੇ ਉਹ ਵੀ ਇਨਕਲੂਡਡ ਹੈਗੇ ਆ, ਵਾਈਫ ਜਾਂ ਵਾਈਫ ਦਾ ਹਸਬੈਂਡ ਸਪਾਊਸ ਤੇ ਪਲੱਸ ਤੁਹਾਡੇ 22 ਸਾਲ ਤੋਂ ਘੱਟ ਦੇ ਡਿਪੈਂਡੈਂਟ ਬੱਚੇ, ਉਹ ਸਾਰੇ ਇਹਨਾਂ ਫਾਈਲਾਂ ਦੇ ਵਿੱਚ ਸ਼ਾਮਲ ਹੋਣਗੇ। ਅੱਛਾ, ਹੁਣ ਇਹ ਤੋਂ ਅਗਲਾ ਸਵਾਲ ਬਹੁਤ ਸਾਰੇ ਦਰਸ਼ਕਾਂ ਦਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਲੱਡ ਆ ਗਿਆ, ਇਸ ਲਈ ਲੋਕ ਬੁਕਿੰਗ ਕਰਵਾਉਣ ਲੱਗੇ ਨੇ, ਉਹ ਸਾਈਟ ਕ੍ਰੈਸ਼ ਹੋਈ ਪਈ ਹੈ। ਹੁਣ ਹੱਥ ਵਿੱਚ ਤੁਹਾਡੇ ਕੀ ਚਾਹੀਦਾ 6 ਮਈ ਨੂੰ? ਇਹ ਹੋ ਸਕਦਾ ਕਿ ਮੇਰੇ ਕੋਲ ਜੀ ਆਈਟਸ ਹਜੇ ਕੀਤਾ ਨਹੀਂ, ਮੈਂ ਜੀ ਅਪਲਾਈ ਕੀਤਾ ਹੋਇਆ, ਹਜੇ ਡੇਟ ਅੱਗੇ ਚੱਲ ਕੇ ਜੁਲਾਈ ਚਾਹੀਏ, ਸਤੰਬਰ ਚਾਹੀਏ, ਕੀ ਫਾਈਲ ਸਬਮਿਟ ਕੀਤੀ ਜਾ ਸਕਦੀ ਹੈ? ਜਾਂ ਹੋ ਸਕਦਾ ਕਿਸੇ ਕੋਲ ਪੁਲਿਸ ਕਲੀਅਰੈਂਸ ਨਾ ਹੋਵੇ, ਕੀ ਫਾਈਲ ਸਬਮਿਟ ਕੀਤੀ ਜਾ ਸਕਦੀ ਹੈ? ਕੀ ਹੋਣਾ ਲਾਜ਼ਮੀ ਹੈ ਤੇ ਕਿਹਦੀ ਆਪਸ਼ਨ ਹੈ ਕਿ ਬਾਅਦ ਚ ਸਬਮਿਟ ਕਰਾਈ ਜਾ ਸਕਦੀ ਹੈ? ਸਭ ਤੋਂ ਵੱਡੀ ਕਨਫਿਊਜ਼ਨ ਹੁਣ ਸੈਕੰਡ ਸਟੈਪ ਤੇ ਇਹੀ ਆ, ਹਰ ਕਿਸੇ ਦੀ ਜ਼ੁਬਾਨ ਤੇ ਇਹੀ ਕੁਐਸਚਨ ਹੈ ਕਿ ਸਾਡੇ ਕੋਲ ਡਾਕੂਮੈਂਟਸ ਕਿਹੜੇ ਰੈਡੀ ਹੋਣੇ ਚਾਹੀਦੇ ਆ, ਤੇ ਅਸੀਂ ਕਰੀਏ ਕਿ ਜੇ ਆਈਲਟਸ ਜਾਂ ਸੈਲਫ ਜਾਂ ਪੁਲਿਸ ਕਲੀਅਰੈਂਸ ਜਾਂ ਮੈਡੀਕਲਸ ਵਗੈਰਾ ਜੇ ਹਜੇ ਤੱਕ ਸਾਡੇ ਕੋਲ ਅਵੇਲੇਬਲ ਨਹੀਂ ਆ, ਕਿਉਂਕਿ 40,000 ਮੈਡੀਕਲ, 40,000 ਕੈਨੇਡੀਅਨ ਪੁਲਿਸ ਕਲੀਅਰੈਂਸਸ, 40,000 ਇੰਡੀਅਨ ਪੁਲਿਸ ਕਲੀਅਰੈਂਸਸ, ਇਹ ਕੁਝ ਦਿਨਾਂ ਦੀ ਖੇਡ ਨਹੀਂ ਆ। ਕਿਉਂਕਿ ਇਹਨਾਂ ਡਾਕੂਮੈਂਟਸ ਲਈ, ਪੁਲਿਸ ਕਲੀਅਰੈਂਸ ਲਈ ਬਹੁਤ ਸਾਰੇ ਐਪਲੀਕੈਂਟ ਆਪਣੇ ਕੰਟਰੀ ਦੀ ਅੰਬੈਸੀਜ਼ ਨਾਲ ਕੰਟੈਕਟ ਕਰਨਗੇ, ਤੇ ਹਰ ਅੰਬੈਸੀ ਇੰਨੇ ਟਾਈਮਲੀ ਮੈਨਰ ਦੇ ਵਿੱਚ 6 ਤਰੀਕ ਤੋਂ ਪਹਿਲਾਂ ਤੁਹਾਨੂੰ ਉਹ ਡਾਕੂਮੈਂਟ ਨਹੀਂ ਦੇ ਸਕਦੇ। ਗਵਰਨਮੈਂਟ ਆਫ ਕੈਨੇਡਾ ਨੇ ਇਹ ਪ੍ਰੋਗਰਾਮ ਅਨਾਉਂਸ ਵੇਲੇ ਕੋਈ ਵੀ ਚੈੱਕਲਿਸਟ ਨਹੀਂ ਦਿੱਤੀ, ਕੋਈ ਵੀ ਉਹਨਾਂ ਨੇ ਗਾਈਡਲਾਈਨ ਨਹੀਂ ਦਿੱਤੀ ਕਿ ਅਸੀਂ ਕਿਹੜੇ ਡਾਕੂਮੈਂਟ ਤੁਹਾਡੇ ਤੋਂ ਐਕਸਪੈਕਟ ਕਰਾਂਗੇ। ਬਟ ਜੋ ਐਕਸਪੀਰੀਅੰਸ ਹੈ, ਜੋ ਆਪਾਂ ਇੱਕ ਬੈਸਟ ਐਸਟੀਮੇਟ ਲਗਾ ਸਕਦੇ ਹਾਂ, ਇਹ ਇੱਕ ਐਸਟੀਮੇਟ ਹੈ, ਇਹ 100% ਕਲੈਰਿਟੀ ਵਾਲੀ ਚੀਜ਼ ਨਹੀਂ ਹੈਗੀ। ਉਹਦੇ ਵਿੱਚ ਤੁਹਾਨੂੰ ਚਾਹੀਦਾ ਕੀ ਆ, ਇੱਕ ਤੁਹਾਡੇ ਪਾਸਪੋਰਟ ਦੀ ਕਾਪੀ ਸਕੈਨ ਕਰਕੇ ਰੱਖੋ, ਇੱਕ ਤੁਹਾਡੀ 50x70 mm ਦੀ ਪਿਕਚਰ, ਦੂਸਰਾ ਅਗਰ ਤੁਸੀਂ ਸਟੂਡੈਂਟ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਸਟੱਡੀ ਪਰਮਿਟ, ਉਸ ਤੋਂ ਬਾਅਦ ਤੁਹਾਡਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਉਸ ਦੇ ਨਾਲ ਹੀ ਤੁਹਾਡਾ ਕੈਨੇਡਾ ਦੇ ਵਿੱਚ ਪਾਸ ਕੀਤਾ ਗਿਆ ਡਿਪਲੋਮਾ, ਪਲੱਸ ਉਹਦੀਆਂ ਟ੍ਰਾਂਸਕ੍ਰਿਪਟਸ, ਤੇ ਪਲੱਸ ਜਿਹੜੇ ਇਸ ਵੇਲੇ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਕੰਮ ਕਰਦੇ ਹੋਣੇ ਚਾਹੀਦੇ ਆ, ਕੰਮ ਕੋਈ ਵੀ ਕਰਦੇ ਹੋਵੋ, ਤੁਹਾਡੇ ਇੰਪਲੋਇਰ ਕੰਪਨੀ ਦਾ ਨਾਮ, ਐਡਰੈਸ, ਤੁਹਾਡਾ ਆਕੂਪੇਸ਼ਨ ਟਾਈਟਲ, ਇਹ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਹੁਣ ਜਿਹੜੀ ਪੁਲਿਸ ਕਲੀਅਰੈਂਸ, ਮੈਡੀਕਲਸ, ਆਈਲਟਸ ਦੀ ਅਗਰ ਕਹਿੰਦੇ ਆ ਕਿ ਅੱਜ ਅਸੀਂ ਡੇਟ ਬੁੱਕ ਕਰਾਈ ਆ, ਕਿ ਅਸੀਂ ਉਹਦੇ ਵਿੱਚ ਫਾਈਲ ਪਾ ਸਕਾਂਗੇ? ਅਜੇ ਤੱਕ ਦੀ ਗਾਈਡਲਾਈਨ ਦੇ ਮੁਤਾਬਕ ਨਹੀਂ, ਤੁਸੀਂ ਉਹਦੇ ਵਿੱਚ ਫਾਈਲ ਨਹੀਂ ਪਾ ਸਕੋਗੇ। ਇਸੇ ਕਰਕੇ ਗਵਰਨਮੈਂਟ ਨੇ ਕਿਹਾ ਕਿ ਇਹ ਪ੍ਰੋਗਰਾਮ 6 ਮਈ ਤੋਂ 5 ਨਵੰਬਰ ਤੱਕ ਓਪਨ ਰਹੇਗਾ।
ਪਰ ਜਿਸ ਤਰ੍ਹਾਂ ਬੈਨੀਪਾਲ ਸਾਹਿਬ ਤੁਹਾਨੂੰ ਯਾਦ ਹੈ ਕਿ 2-3 ਸਾਲ ਪਹਿਲਾਂ ਜਦੋਂ ਦੀਆਂ ਐਪਲੀਕੇਸ਼ਨਾਂ ਫਸਟ ਕਮ ਫਸਟ ਸਰਵ ਬੇਸਿਸ ਤੇ ਓਪਨ ਕੀਤੀਆਂ ਗਈਆਂ ਸੀ, 27000 ਐਪਲੀਕੇਸ਼ਨਸ 8 ਮਿੰਟ ਦੇ ਵਿੱਚ ਫਿਲ ਹੋ ਗਈਆਂ ਸੀ। ਉਹ ਜਿਸ ਤਰ੍ਹਾਂ ਦਾ ਜਿੰਨਾ ਨੰਬਰ ਆਫ ਐਪਲੀਕੈਂਟਸ ਪਿਛਲੇ ਸਾਲਾਂ ਤੋਂ ਕੈਨੇਡਾ ਦੇ ਵਿੱਚ ਰੁਕਿਆ ਬੈਠਾ PR ਲੈਣ ਲਈ, ਉਹਦੇ ਮੁਤਾਬਕ ਲੱਗਦਾ ਨਹੀਂ ਕਿ ਇਹ ਕੁਝ ਦਿਨ ਲੈਣਗੇ। ਇਹ ਤਾਂ ਸਾਈਟ ਵੀ ਉਮੀਦ ਹੈ ਕਿ CIC ਦੀ ਕ੍ਰੈਸ਼ ਹੋਏਗੀ, ਕਿਉਂਕਿ 40000 ਐਪਲੀਕੇਸ਼ਨ ਹੈ, 90000 ਐਪਲੀਕੇਸ਼ਨ ਹੈ, ਘੱਟੋ ਘੱਟ 90000 ਲੋਕ ਤੇ ਉਸ ਵੇਲੇ ਵੈਬਸਾਈਟ ਨੂੰ ਐਕਸੈਸ ਕਰ ਰਹੇ ਹੋਣਗੇ। ਪਰ 90000 ਨਹੀਂ ਹੋਣਗੇ, ਇਹ ਕਈ ਲੱਖ ਹੋਣਗੇ ਜਿਹੜੇ ਟਾਈ ਕਰ ਰਹੇ ਹੋਣਗੇ, ਇੱਕ ਰੇਸ ਦੇ ਵਿੱਚ ਹੋਣਗੇ, ਇੱਕ ਟਾਈਪਿੰਗ ਕੰਟੈਸਟ ਚੱਲੇਗਾ, ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ 90000 ਦੇ ਵਿੱਚ 40, 30, 20 ਦੇ ਵਿੱਚ ਨੰਬਰ ਆ ਜਾਵੇ। ਸੋ ਜੇ ਤੁਹਾਡੇ ਕੋਲ ਆਈਲਟਸ ਨਹੀਂ ਆ, ਸੈਲਫ ਹਿਪ ਨਹੀਂ ਆ, ਪਰ ਬੁੱਕ ਕੀਤੇ ਦਾ ਪ੍ਰੂਫ ਹੈ, ਤੁਸੀਂ ਉਹਦੇ ਵਿੱਚ ਫਾਈਲ ਅਜੇ ਤੱਕ ਦੀ ਗਾਈਡਲਾਈਨ ਦੇ ਮੁਤਾਬਕ ਨਹੀਂ ਪਾ ਸਕੋਗੇ। ਹਾਂ, ਜਿੱਥੇ ਤੱਕ ਸਵਾਲ ਹੈ PCC ਦਾ, ਪੁਲਿਸ ਕਲੀਅਰੈਂਸ ਦਾ, ਮੈਡੀਕਲ ਦਾ, ਕਿਉਂਕਿ ਇਹ ਐਕਸਪ੍ਰੈਸ ਐਂਟਰੀ ਸਿਸਟਮ ਨਹੀਂ ਹੈ, ਜੋ ਹਜੇ ਦਾ ਗਾਈਡਲਾਈਨ ਹੈ ਉਹਦੇ ਮੁਤਾਬਕ ਇਟਸ ਨਾਟ ਅ ਪਾਰਟ ਆਫ ਐਕਸਪ੍ਰੈਸ ਐਂਟਰੀ ਸਿਸਟਮ, ਜਿਹਦੇ ਵਿੱਚ ਤੁਹਾਨੂੰ ਕਿਸੇ ਪੁਆਇੰਟਸ ਨੂੰ ਮੀਟ ਕਰਨਾ ਪੈਂਦਾ ਆ, ਜਿਹਦੇ ਵਿੱਚ ਡਾਕੂਮੈਂਟ ਤੁਹਾਨੂੰ ਪਹਿਲਾਂ ਹੀ ਸਾਰੇ ਪ੍ਰੋਵਾਈਡ ਕਰਨੇ ਪੈਂਦੇ ਆ ਜਦੋਂ ਐਪਲੀਕੇਸ਼ਨ ਸਬਮਿਟ ਕਰਦੇ ਆ। ਹੋ ਸਕਦਾ ਉਹ ਤੁਹਾਨੂੰ ਡਾਕੂਮੈਂਟ ਸਬਮਿਟ ਕਰਨ ਵਾਸਤੇ 60 ਦਿਨ ਦਾ ਜਾਂ 90 ਦਿਨ ਦਾ ਜਾਂ ਮਹੀਨੇ ਦਾ ਜਾਂ 2 ਮਹੀਨੇ ਦਾ ਟਾਈਮ ਦੇਣ, ਕਿਉਂਕਿ ਉਹਨਾਂ ਨੂੰ ਵੀ ਪਤਾ ਆ ਇੰਨੇ ਸ਼ਾਰਟ ਟਾਈਮ ਦੇ ਵਿੱਚ ਕਿਸੇ ਦੇ ਕੋਲ ਇਹ ਚੀਜ਼ਾਂ ਪੂਰੀਆਂ ਨਹੀਂ ਹੋਣੀਆਂ। ਅੱਛਾ, ਹੁਣ ਬਹੁਤ ਵੱਡਾ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਹਾਂ ਆਹ 2 ਚੀਜ਼ਾਂ ਦੀ ਆਪਸ਼ਨ ਮਿਲ ਸਕਦੀ ਹੈ, ਪਰ ਜਿਹਦਾ ਇੰਗਲਿਸ਼ ਟੈਸਟ ਪਾਸ ਨਹੀਂ ਕੀਤਾ ਹੋਇਆ ਉਹਦੇ ਵਾਸਤੇ ਸ਼ਾਇਦ ਇਹਦੇ ਵਿੱਚ ਕੋਈ ਗੁੰਜਾਇਸ਼ ਨਾ ਹੋਵੇ। ਹੁਣ ਜਦੋਂ ਤੁਸੀਂ ਦੱਸ ਰਹੇ ਹੋ ਕਿ 6 ਮਈ ਨੂੰ ਸ਼ੁਰੂ ਹੋਣਾ ਤੇ 5 ਨਵੰਬਰ ਤੱਕ ਇਹ ਜਾਰੀ ਰਹਿਣਾ ਹੈ, ਇਹ ਵੀ ਖਦਸ਼ਾ ਹੈ ਕਿ ਸ਼ਾਇਦ ਇਹ ਕੁਝ ਮਿੰਟਾਂ ਜਾਂ ਕੁਝ ਘੰਟਿਆਂ ਦੀ ਗੇਮ ਹੀ ਹੋਵੇ, ਕਿਉਂਕਿ ਬਹੁਤ ਸਾਰੇ ਲੋਕ ਨੇ ਬੀਤੇ ਕਈ ਵਰ੍ਹਿਆਂ ਤੋਂ ਟੱਕਰਾਂ ਵੀ ਖਾਈ ਜਾ ਰਹੇ ਨੇ, ਕੰਮ ਸੂਤ ਨਹੀਂ ਸੀ ਆ ਰਿਹਾ ਕਿਉਂਕਿ 5 ਬੈਂਡ ਜਾਂ ਈਚ ਨਹੀਂ ਸੀ ਲਈ ਜਾ ਰਹੇ, ਬਹੁਤਿਆਂ ਤੋਂ ਬਹੁਤ ਸਾਰੇ ਟਰੱਕ ਡਰਾਈਵਰ ਵੀ ਨੇ ਆ ਗਏ ਆ ਵਿਚਾਰੇ, ਇੱਥੇ ਲੁਟਾਈ ਵੀ ਕਰਾਈ ਜਾ ਰਿਹਾ। ਹੁਣ ਬਹੁਤ ਸਾਰੇ ਇਸ ਤਰ੍ਹਾਂ ਹੋਣਗੇ ਜਿਨ੍ਹਾਂ ਨੇ ਕੈਂਚੀਆਂ ਉਸਤਰੇ ਤਿੱਖੇ ਕਰ ਲਏ ਹੋਣੇ ਨੇ ਪੰਜਾਬ 'ਚ ਕਿ ਕੈਨੇਡਾ ਖੁੱਲ ਗਿਆ, 90000 ਬੰਦੇ ਉਹਨਾਂ ਨੇ ਪੱਕੇ ਕਰ ਦੇਣੇ ਨੇ। ਇਹ ਆਪਾਂ ਥੋੜਾ ਜਿਹਾ ਕਲੀਅਰ ਕਰ ਦਈਏ ਕਿ ਜਿਹੜੇ ਉਹ ਉਸਤਰੇ ਤਿੱਖੇ ਕਰਕੇ ਬਹਿ ਗਏ ਹੋਣਗੇ, ਜਿਨ੍ਹਾਂ ਨੇ ਕਹਿਣਾ ਕਿ ਆਓ ਜੀ ਕੈਨੇਡਾ ਖੁੱਲ ਗਿਆ, ਰਾਤੋਂ ਰਾਤ ਤੁਹਾਡੇ ਮੁੰਡੇ ਨੂੰ ਜਾਂ ਕੁੜੀ ਨੂੰ ਜਹਾਜ਼ ਚੜਾ ਦਈਏ। ਇਹ ਆਪਾਂ ਕਲੀਅਰ ਕਰੀਏ ਕਿ ਸਿਰਫ ਵਿਦਨ ਕੈਨੇਡਾ ਜਾਂ ਬਾਹਰਲਿਆਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਹੈ, ਤੇ ਕਿਉਂਕਿ ਉਸਤਰੇ ਤਿੱਖੇ ਕਿਤੇ ਕੀਤੇ ਕਰਾਏ ਭਾਵੇਂ ਰਹਿ ਜਾਣ ਪਰ ਕਿਸੇ ਨੂੰ ਮੁੱਲ ਨਾ ਲੈਣ। ਬਿਲਕੁਲ ਜੀ, ਦੇਖੋ ਲੋਕਾਂ ਦੀ ਵੀ ਇੱਕ ਰੇਸ ਦੇ ਵਿੱਚ ਸਾਰੇ ਸ਼ਾਮਲ ਹੋ ਜਾਂਦੇ ਆ। ਜਦੋਂ ਅਸੀਂ ਤੇਜ਼ ਚੱਲਦੇ ਆ ਫਿਰ ਸਾਨੂੰ ਲੈਫਟ ਤੇ ਰਾਈਟ ਤੇ ਜਿਹੜੇ ਸਾਈਨ ਆ ਉਹ ਘੱਟ ਨਜ਼ਰ ਆਉਂਦੇ ਆ। ਲੋਕਾਂ ਨੂੰ ਵੀ ਇਹੀ ਸਲਾਹ ਆ ਕਿ ਥੋੜਾ ਹੌਲੀ ਚੱਲੋ, ਜਿੰਨੀ ਵੀ ਇਨਫੋਰਮੇਸ਼ਨ ਆ ਰਹੀ ਆ ਉਹਨਾਂ ਨੂੰ ਥੋੜਾ ਜਿਹਾ ਪਛਾਣ ਲਾਓ। ਇੰਡੀਆ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਜਿਸ ਰੀਜਨ ਨੂੰ ਆਪਾਂ ਬਿਲੋਂਗ ਕਰਦੇ ਹਾਂ, ਉੱਥੇ ਬਹੁਤ ਸਾਰੇ ਜਿਹੜੇ ਇਸ ਫੀਲਡ ਦੇ ਵਿੱਚ ਕੰਸਲਟੈਂਟ ਏਜੰਟਸ ਜਾਂ ਇਮੀਗ੍ਰੇਸ਼ਨ ਕੰਪਨੀਜ਼ ਆ, ਮੇਰੇ ਖਿਆਲ 'ਚ ਉਹਨਾਂ ਨੇ ਹੁਣ ਤੱਕ ਵੀਡੀਓ ਐਡਸ ਪੋਸਟ ਕਰ ਦਿੱਤੀਆਂ ਹੋਣੀਆਂ ਆ ਜਾਂ ਕਰ ਰਹੇ ਹੋਣਗੇ ਕਿ ਕੈਨੇਡਾ ਨੇ ਦਰਵਾਜ਼ੇ ਖੋਲ ਦਿੱਤੇ ਆ। 1000 ਲੱਖ ਕੈਨੇਡਾ 'ਚ ਹਰ ਕੋਈ ਜਿਹੜਾ ਵੀ ਕਿਸੇ ਵੀ ਸਟੇਟਸ ਤੇ ਗਿਆ ਉਹ ਪੱਕਾ ਹੋ ਚੁੱਕਿਆ ਆ। ਉਹ ਕੋਈ ਕ੍ਰਾਈਟੀਰੀਆ ਤਾਂ ਸ਼ਾਇਦ ਨਹੀਂ ਦੱਸ ਰਹੇ ਹੋਣਗੇ ਕਿ ਜੇ ਇਸ ਤਰ੍ਹਾਂ ਹੀ ਹੋਣਾ ਆ ਫਿਰ ਗਵਰਨਮੈਂਟ ਨੂੰ 90000 ਦਾ ਕੋਟਾ ਜਾਂ ਆਹ ਕੰਡੀਸ਼ਨ ਰੱਖਣ ਦੀ ਜ਼ਰੂਰਤ ਨਹੀਂ ਆ। ਜੇ ਗਵਰਨਮੈਂਟ ਨੇ ਸਾਰਿਆਂ ਨੂੰ ਬਿਨਾਂ ਕਿਸੇ ਕ੍ਰਾਈਟੀਰੀਆ ਤੋਂ ਪੱਕਾ ਕਰ ਹੀ ਦੇਣਾ ਆ ਫਿਰ ਉਹਨਾਂ ਨੂੰ ਐਮਨੈਸਟੀ ਦੇ ਦੇਣੀ ਚਾਹੀਦੀ ਆ। ਉਹਨਾਂ ਨੇ ਇਹ ਥੋੜ੍ਹਾ ਕਿਹਾ ਆ ਕਿ ਸਾਰੇ ਹੀ ਜਾਣੇ ਬਿਨਾਂ ਕਿਸੇ ਕ੍ਰਾਈਟੀਰੀਆ ਤੋਂ ਪੱਕੇ ਹੋ ਗਏ ਆ, ਨਹੀਂ। ਪਰ ਤੁਹਾਡੀ ਗੱਲ ਸਹੀ ਹੈ ਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਜਿਹਦੇ ਵੀ ਕਿਸੇ ਥਾਂ ਤੇ ਕੋਈ ਵੀ ਐਸੇ ਕੰਸਲਟੈਂਟ ਜਾਂ ਇਮੀਗ੍ਰੇਸ਼ਨ ਵਾਲੇ ਜਾਂ ਕੋਈ ਵੀ ਪਰਸਨ ਬੈਠੇ ਆ, ਉਹਨਾਂ ਨੇ ਇਸ ਵੇਲੇ ਉਹ ਐਡਵਰਟਾਈਜ਼ਮੈਂਟ ਦਾ ਫਲੱਡ ਹਰ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਜ਼ਰੂਰ ਲਿਆ ਦਿੱਤਾ ਹੋਣਾ ਆ ਕਿ ਬਸ ਤੁਸੀਂ ਛੇਤੀ ਜਣੀ ਚਲੇ ਜਾਓ। ਹਾਂ, ਇਹ ਠੀਕ ਹੈ, ਕੈਨੇਡਾ ਦੇ ਵਿੱਚ ਜਿਹੜਾ ਆਏਗਾ ਲੀਗਲੀ ਤੌਰ ਤੇ ਸਟੇ ਕਰੇਗਾ, ਕ੍ਰਾਈਟੀਰੀਆਜ਼ ਨੂੰ ਮੀਟ ਕਰੇਗਾ, PR ਉਹਦੀ ਅੱਜ ਨਾ ਕੱਲ ਸੂਨਰ ਔਰ ਲੇਟਰ ਹੋ ਹੀ ਜਾਣੀ ਹੈ। ਪਰ ਉਹ ਸਾਰੀਆਂ ਬੋਗਸ ਐਡਵਰਟਾਈਜ਼ਮੈਂਟ ਤੋਂ ਜਾਂ ਜਿਹੜੀਆਂ ਇੰਟਾਈਸਿੰਗ ਸੌਖੀਆਂ ਚੀਜ਼ਾਂ ਲੱਗਣ ਉਹਨਾਂ ਤੋਂ ਲੋਕਾਂ ਨੂੰ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ ਜੀ। ਅੱਛਾ, ਮੈਨੂੰ ਹੁਣ ਇਹ ਦੱਸੋ ਜਸਵੀਰ ਸਿੰਘ, ਇਸ ਜਿਹੜੇ ਨਵੇਂ ਪ੍ਰੋਗਰਾਮ ਦੀ ਅਨਾਊਂਸਮੈਂਟ ਬੀਤੇ ਦਿਨੀ ਇਮੀਗ੍ਰੇਸ਼ਨ ਮਿਨਿਸਟਰ ਹੋਰਾਂ ਨੇ ਮਾਰਕ ਮੈਂਡੋਚੀ ਨੂੰ ਕੀਤੀ ਹੈ, ਇਹਦੇ ਵਿੱਚ ਕੋਈ ਚੀਜ਼ ਰਹਿੰਦੀ ਤਾਂ ਨਹੀਂ ਤਾਂ ਕਿ ਫਿਰ ਆਪਾਂ ਅਗਲੇ ਕਦਮ ਵਧਾਈਏ ਜੀ, ਅੱਗੇ ਨੂੰ ਤੁਰੀਏ? ਸੋ ਫਾਰ ਜੋ ਹੁਣ ਤੱਕ ਦੀਆਂ ਗਾਈਡਲਾਈਨਸ ਆ ਉਹ ਇਹੀ ਆ ਜੋ ਆਪਾਂ ਡਿਸਕਸ ਕੀਤੀਆਂ ਨੇ। ਬਾਕੀ ਦੇਖਦੇ ਹਾਂ ਸ਼ਾਇਦ ਕੁਝ ਹੋਰ ਨਵੀਆਂ ਗਾਈਡਲਾਈਨਸ ਆ ਜਾਣ, ਪਰ ਅਸੀਂ ਸਾਰਿਆਂ ਨੂੰ ਇਹੀ ਐਡਵਾਈਸ ਕਰ ਰਹੇ ਹਾਂ ਕਿਉਂਕਿ ਸਾਨੂੰ ਵੀ ਬਹੁਤ ਸਾਰੇ ਲੋਕ ਕੰਟੈਕਟ ਕਰ ਰਹੇ ਆ, ਸਾਡੀ ਪ੍ਰੋਫਾਈਲ ਬਣਾਓ, ਸਾਡੀ ਫਾਈਲ ਲਾਓ, ਸਾਡੀ ਫਾਈਲ ਲਾਓ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਸਾਰਿਆਂ ਦੀਆਂ ਫਾਈਲਾਂ ਲਗਾਈਏ, ਪਰ ਅਸੀਂ ਸਾਰਿਆਂ ਨੂੰ ਬੜੇ ਰਿਸਪੈਕਟਫੁਲੀ ਇਹੀ ਗਾਈਡ ਕਰ ਰਹੇ ਹਾਂ ਕਿ ਦੇਖੋ ਹੱਥ ਸਾਡੇ ਵੀ ਦੋ ਹੀ ਆ,
ਹੂੰ 2-4 ਬੰਦੇ ਅਸੀਂ ਹੋਰ ਰੱਖ ਲਵਾਂਗੇ, ਉਹਦੇ ਨਾਲ ਅਸੀਂ ਕਿੰਨੀਆਂ ਕੁ ਫਾਈਲਾਂ ਲਗਾ ਦੇਵਾਂਗੇ। ਹੂੰ ਸਾਡੇ ਸਹਾਰੇ ਜਾਂ ਕਿਸੇ ਹੋਰ ਦੇ ਸਹਾਰੇ ਨਾ ਰਹੋ। ਅਸੀਂ ਤੁਹਾਨੂੰ ਕਹੀ ਜਾਈਏ ਕਿ ਤੁਸੀਂ ਸਾਨੂੰ 5-5 2-2 ਹਜ਼ਾਰ ਡਾਲਰ ਦੇ ਦਿਓ, ਅਸੀਂ ਗਰੰਟਡ ਹਰ ਇੱਕ ਦੀ ਫਾਈਲ ਲਗਾ ਦੇਵਾਂਗੇ। ਇਹੋ ਜਿਹੇ ਸ਼ਬਦਾਂ ਨੂੰ ਸੁਣਨ ਤੋਂ ਗੁਰੇਜ਼ ਕਰੋ। ਲੌਜੀਕਲੀ ਸੋਚੋ, ਅਗਰ ਇਹ ਰੇਸ ਹੈ ਤਾਂ ਅਸੀਂ ਉਸ ਰੇਸ ਦੇ ਵਿੱਚ ਸਾਡਾ ਕੋਈ ਅਪਰ ਹੈਂਡ ਨਹੀਂ ਆ। ਹੂੰ ਬੀਇੰਗ ਏ ਕੰਸਲਟੈਂਟ ਜਾਂ ਲਾਇਰ ਸਾਡੀ ਕੋਈ ਸਪੈਸ਼ਲ ਪਾਵਰ ਨਹੀਂ ਆ ਕਿ ਅਸੀਂ ਜਹਾਜ਼ ਦੀਆਂ 20 ਟਿਕਟਾਂ ਪਹਿਲਾਂ ਹੀ ਬਾਈ ਕਰਕੇ ਰੱਖ ਲਈਆਂ ਤੇ ਆ ਜਾਓ ਤੁਹਾਨੂੰ ਬਿਠਾਈਏ। ਇਸ ਤਰ੍ਹਾਂ ਨਹੀਂ ਹੋ ਸਕਦਾ। ਹੂੰ ਹਰ ਕਿਸੇ ਨੂੰ ਅਸੀਂ ਇਹੀ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪਣਾ CIC ਤੇ ਲੌਗਇਨ ਕ੍ਰੀਏਟ ਕਰੋ ਹੂੰ ਤੇ ਟਰਾਈ ਕਰੋ ਤੁਸੀਂ ਆਪ ਉਸ ਇਨਫੋਰਮੇਸ਼ਨ ਨੂੰ ਫਿਲ ਅਪ ਕਰਨ ਦੀ। ਜੀ ਇਹ ਸਾਡੀ ਜੋ ਆਪਣੀ ਪਰਸਨਲ ਪਾਲਿਸੀ ਅਸੀਂ ਆਪਣੀ ਬਣਾਈ ਆ, ਉਹਦੇ ਜੀ ਅਕੋਰਡਿੰਗ ਅਸੀਂ ਹਰ ਕਿਸੇ ਨੂੰ ਇਹ ਦੱਸ ਰਹੇ ਹਾਂ, ਕਿਉਂਕਿ ਅਸੀਂ ਇੱਕੋ ਦਮ ਕਿਸੇ ਦੀ ਵੀ ਫਾਈਲ ਸ਼ਾਇਦ ਕਿਸੇ ਲਈ ਵੀ ਪੋਸੀਬਲ ਨਹੀਂ ਹੋਏਗਾ ਕਿ ਉਹ ਸਾਰਿਆਂ ਨੂੰ ਇੱਕੋ ਟਾਈਮ ਤੇ ਸਰਵ ਕਰ ਸਕੇ। ਹਰ ਕੋਈ ਕਹੇਗਾ ਪਹਿਲਾਂ ਮੇਰੀ ਐਂਟਰੀ ਕਰੋ, ਪਰ ਇਸ ਤਰ੍ਹਾਂ ਪੋਸੀਬਲ ਹੋ ਨਹੀਂ ਪਾਏਗਾ। ਸੋ ਹਜੇ ਤੱਕ ਇਨਫੋਰਮੇਸ਼ਨ ਇਹੀ ਅਵੇਲੇਬਲ ਹੈ। ਇਹਦੇ ਅਕੋਰਡਿੰਗਲੀ ਤੁਸੀਂ ਆਪਣੇ ਡਾਕੂਮੈਂਟਸ ਤੇ ਇਨਫੋਰਮੇਸ਼ਨ ਰੈਡੀ ਰੱਖੋ, ਸਕੈਨ ਕਰਕੇ ਫੋਲਡਰ ਦੇ ਵਿੱਚ ਪਾ ਕੇ ਰੱਖੋ। ਪਰ ਬੀਤੇ ਆਪਾਂ ਉਸ ਤਜਰਬੇ ਦੀ ਵੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਮਾਪਿਆਂ ਵਾਰੀ ਇੱਕ ਵਾਰੀ ਇੰਜ ਹੋ ਚੁੱਕਿਆ, ਕੁਝ ਮਿੰਟਾਂ ਦੇ ਵਿੱਚ ਪੂਰੀ ਦੀਆਂ ਪੂਰੀਆਂ ਐਪਲੀਕੇਸ਼ਨਜ਼ ਫਿਲ ਹੋ ਚੁੱਕੀਆਂ ਸੀ, ਹਾਲੇ ਕਈ ਤਾਂ ਵੈਬਸਾਈਟ ਨੂੰ ਲੌਗ ਹੀ ਨਹੀਂ ਕਰ ਰਹੇ ਸੀ। ਤੇ ਹੁਣ ਬੀਤੇ ਪ੍ਰੋਗਰਾਮ ਤੋਂ ਬਾਅਦ ਕੁਝ ਸਵਾਲ ਆਏ ਸੀ, ਮੈਂ ਚਾਹੁੰਦਾ ਕਿ ਉਹਨਾਂ ਸਵਾਲਾਂ ਦੇ ਜਵਾਬ ਵੀ ਦਰਸ਼ਕਾਂ ਨੂੰ ਦਿੱਤੇ ਜਾਣ। ਸਭ ਤੋਂ ਅਹਿਮ ਤੇ ਕਾਮਨ ਸਵਾਲ ਉਹਦੇ ਵਿੱਚ ਇਹ ਸੀ ਕਿ ਜੇਕਰ ਕੋਈ ਵਿਜ਼ਟਰ ਕੈਨੇਡਾ ਦੇ ਵਿੱਚ ਆਇਆ ਹੋਇਆ ਹੈ, ਕੀ ਉਹ PR ਹੋ ਸਕਦਾ ਹੈ? ਜੇ ਹੋ ਸਕਦਾ ਤਾਂ ਕਿਵੇਂ ਹੋ ਸਕਦਾ? ਇਹ ਕੁਐਸਚਨ ਬਹੁਤ ਕਾਮਨ ਹੈ ਜੀ, ਕਿਉਂਕਿ ਬਹੁਤ ਸਾਰੇ ਵਿਜ਼ਟਰਸ ਇਸ ਵੇਲੇ ਕੈਨੇਡਾ ਦੇ ਵਿੱਚ ਆਏ ਹੋਏ ਨੇ। ਜੀ ਸਾਲ 1.5 ਸਾਲ ਤੋਂ 2 ਸਾਲ ਤੋਂ ਇੱਥੇ ਹੀ ਰਹਿ ਰਹੇ ਆ, ਐਕਸਟੈਂਸ਼ਨਸ ਲੈ ਰਹੇ ਨੇ। ਪਰ ਹਜੇ ਤੱਕ ਇਹ ਕਲੀਅਰ ਹੈ ਕਿ ਗਵਰਨਮੈਂਟ ਨੇ ਕਿਸੇ ਵਿਜ਼ਟਰ ਨੂੰ ਡਾਇਰੈਕਟ PR ਦੇਣ ਲਈ ਕੋਈ ਵੀ ਪਾਥਵੇ ਜਨਰੇਟ ਨਹੀਂ ਕੀਤਾ। ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਆ, ਕਿਸੇ ਵੀ ਕਿਆਸਰਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਪਰ ਜੇ ਕਿਸੇ ਵਿਜ਼ਟਰਸ ਨੇ ਕੈਨੇਡਾ ਦੇ ਵਿੱਚ PR ਹੋਣਾ ਆ ਤਾਂ ਉਸ ਦੇ ਵਾਸਤੇ ਇਸ ਵੇਲੇ ਇੱਕ ਪਬਲਿਕ ਪਾਲਿਸੀ ਚੱਲ ਰਹੀ ਆ, ਜਿਹਦੇ ਅਕੋਰਡਿੰਗਲੀ ਉਹ ਪਬਲਿਕ ਪਾਲਿਸੀ ਅਲਾਉ ਕਰਦੀ ਆ ਕਿ ਵਿਜ਼ਟਰਸ ਅਗਰ LMI ਇੱਥੋਂ ਲੈ ਲੈਂਦੇ ਨੇ ਤੇ ਅਗਰ ਉਹ ਉਸ LMI ਦੀ ਆਫਰ ਕੀਤੀ ਹੋਈ ਜੌਬ ਨੂੰ ਕੁਆਲੀਫਾਈ ਕਰਦੇ ਨੇ, ਦੇ ਕੈਨ ਸਬਮਿਟ ਦੇਅਰ ਐਪਲੀਕੇਸ਼ਨ ਆਨਲਾਈਨ। ਪਹਿਲਾਂ ਹਰ ਵਿਜ਼ਟਰਸ ਨੂੰ ਬਾਰਡਰ ਤੇ ਜਾਣਾ ਪੈਂਦਾ ਸੀ, ਆਫਿਸਰ ਦੇ ਕੁਐਸਚਨ ਆਨਸਰਸ ਕਲੀਅਰ ਕਰਨੇ ਪੈਂਦੇ ਸੀ। ਬਹੁਤਿਆਂ ਨੂੰ ਪਰਮਿਟ ਮਿਲ ਜਾਂਦਾ ਸੀ, ਬਹੁਤਿਆਂ ਨੂੰ ਰਿਫਿਊਜ਼ ਵੀ ਹੋ ਜਾਂਦਾ ਸੀ, ਤੇ ਬਹੁਤੇ ਲੋਕਾਂ ਦੇ ਮਨ 'ਚ ਡਰ ਵੀ ਰਹਿੰਦਾ ਸੀ ਕਿ ਬਾਰਡਰ ਤੇ ਜਾਣਾ ਆ, ਆਫਿਸਰ ਨੂੰ ਫੇਸ ਕਰਨਾ ਪਏਗਾ, ਬਚਾਅ ਨਹੀਂ ਹੋ ਸਕਦਾ। ਉਹ ਬਚਾਅ ਜਿਹੜਾ ਆ 31 ਮਾਰਚ ਤੱਕ ਗਵਰਨਮੈਂਟ ਨੇ ਅਲਾਉ ਕੀਤਾ ਹੋਇਆ ਸੀ ਕਿ ਵਿਜ਼ਟਰਸ ਆਨਲਾਈਨ ਐਪਲੀਕੇਸ਼ਨ ਲਗਾ ਕੇ ਵਰਕ ਪਰਮਿਟ ਲੈ ਸਕਦੇ ਆ। ਉਹ ਪਾਲਿਸੀ ਨੂੰ ਹੁਣ ਐਕਸਟੈਂਡ ਕਰਕੇ 31 ਅਗਸਤ 2021 ਤੱਕ ਕਰ ਦਿੱਤਾ ਗਿਆ ਆ। ਸੋ ਵਿਜ਼ਟਰਸ ਨੂੰ ਪਹਿਲਾਂ ਵਰਕ ਪਰਮਿਟ ਲੈਣਾ ਪਏਗਾ, ਫਿਰ ਵਰਕ ਪਰਮਿਟ ਤੋਂ ਬਾਅਦ ਉਹ ਦੇਖਣਗੇ ਕਿ ਉਹ ਵਰਕ ਪਰਮਿਟ PR ਲਈ ਕਿਹੜੀ ਕੈਟਾਗਰੀ ਲਈ ਕੁਆਲੀਫਾਈ ਕਰਦਾ ਆ। ਹੁਣ ਇਸ ਵੇਲੇ ਜਿਹੜੇ ਪੱਕੇ ਪਰਮਾਨੈਂਟ ਪ੍ਰੋਗਰਾਮ ਆ, ਉਹਨਾਂ ਦੇ ਵਿੱਚ ਕੁਆਲੀਫਾਈ ਕਰਨ ਲਈ ਤਾਂ ਉਹਨਾਂ ਨੂੰ ਜੌਬ ਸਕਿੱਲ ਦੀਆਂ ਵੀ ਚਾਹੀਦੀਆਂ ਆ, ਜਾਂ ਉਹ ਟਰੱਕ ਦੀਆਂ ਵੀ ਲੈ ਸਕਦੇ ਆ। ਪ੍ਰੋਵਿੰਸ ਵਾਈਜ਼ ਹਰ ਇੱਕ ਪ੍ਰੋਵਿੰਸ ਦੇ ਡਿਫਰੈਂਟ ਪ੍ਰੋਗਰਾਮਸ ਨੇ। ਪਰ ਜੇ ਬੇਸਿਕ ਇੱਕ ਸਵਾ ਤਰਸਾ ਸਿਰੇ ਤੇ ਗੰਢ ਕਰੀਏ ਤਾਂ ਵਿਜ਼ਟਰ ਨੂੰ ਵਰਕ ਪਰਮਿਟ ਪਹਿਲਾਂ ਲੈਣਾ ਚਾਹੀਦਾ ਆ। ਜੇ ਕਿਸੇ ਵਿਜ਼ਟਰ ਦੀ ਕਿਸੇ ਕੈਨੇਡੀਅਨ PR ਜਾਂ ਸਿਟੀਜ਼ਨ ਦੇ ਨਾਲ ਮੈਰਿਜ ਹੋ ਜਾਂਦੀ ਆ ਤਾਂ ਉਹ ਡਾਇਰੈਕਟ PR ਹੋ ਹੀ ਜਾਂਦੇ ਆ, ਉਹ ਤਾਂ ਫਿਰ ਸੁਹਾਗਾ। ਜਾਂ ਫਿਰ ਵਿਜ਼ਟਰਸ ਦੀ ਕਿਸੇ ਵਰਕ ਪਰਮਿਟ ਹੋਲਡਰ ਨਾਲ ਜਾਂ ਸਟੱਡੀ ਪਰਮਿਟ ਹੋਲਡਰ ਨਾਲ ਮੈਰਿਜ ਹੋ ਜਾਵੇ ਤਾਂ ਉਹਨਾਂ ਨੂੰ ਓਪਨ ਪਰਮਿਟ ਵੀ ਕੈਨੇਡਾ ਦੇ ਅੰਦਰ ਰਹਿੰਦੇ ਹੋਏ ਹੀ ਮਿਲ ਸਕਦਾ ਆ। ਤੇ ਜੇ ਉਹ ਕੁਆਲੀਫਾਈ ਕਰਦੇ ਹੋਣ, ਉਹ ਆਪਣੇ ਤੌਰ ਤੇ ਵੀ PR ਲਗਾ ਸਕਦੇ ਆ, ਤੇ ਉਹ ਵਾਈਫ ਦੇ ਥਰੂ ਵੀ ਜਾਂ ਹਸਬੈਂਡ ਦੇ ਥਰੂ ਵੀ PR ਲਗਾ ਸਕਦੇ ਆ। ਸੋ ਬੇਸਿਕਲੀ ਹਜੇ ਇਹੀ ਆਪਸ਼ਨਸ ਅਵੇਲੇਬਲ ਨੇ। ਅਗਲਾ ਸਵਾਲ, ਜਿਸ ਤਰ੍ਹਾਂ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਬਹੁਤ ਸਾਰੇ ਸਪਾਊਸਲ ਐਪਲੀਕੇਸ਼ਨ ਜਾਂ ਪੇਰੈਂਟਸ ਦੀਆਂ ਐਪਲੀਕੇਸ਼ਨ ਬਹੁਤ ਲੰਬੇ ਸਮੇਂ ਤੋਂ ਲੋਕ ਉਡੀਕ ਵਿੱਚ ਨੇ, ਕਈਆਂ ਦਾ ਨੰਬਰ ਨਹੀਂ ਆਇਆ ਤੇ ਕਈਆਂ ਦੀਆਂ ਲੱਗੀਆਂ ਹੋਈਆਂ ਨੇ, ਪਰ ਇੰਤਜ਼ਾਰ ਉਹਨਾਂ ਦਾ ਬਹੁਤ ਲੰਬਾ ਹੋ ਗਿਆ। ਕੀ ਸਟੇਟਸ ਹੈ ਜੀ ਉਹਨਾਂ ਦਾ? ਸਪਾਊਸਲ ਐਪਲੀਕੇਸ਼ਨਸ ਜਿਹੜੀਆਂ ਆਊਟਸਾਈਡ ਕੈਨੇਡਾ ਨੇ, ਸਪਾਊਸਲ ਐਪਲੀਕੇਸ਼ਨਸ ਜਿਹੜੀਆਂ ਇਨਸਾਈਡ ਕੈਨੇਡਾ 'ਚ ਪ੍ਰੋਸੈਸ ਹੋ ਰਹੀਆਂ ਆ, ਉਹਨਾਂ ਐਪਲੀਕੇਸ਼ਨਸ ਦਾ ਟਾਈਮ ਗਵਰਨਮੈਂਟ ਨੇ ਕੁਝ ਟਾਈਮ ਪਹਿਲਾਂ ਇੱਕ ਹੀ ਕਰ ਦਿੱਤਾ ਸੀ। ਬੇਸ਼ੱਕ ਸਪਾਊਸ ਅਫਗਾਨਿਸਤਾਨ ਹੈ, ਇੰਡੀਆ ਦੇ ਵਿੱਚ ਆ ਜਾਂ ਕੈਨੇਡਾ ਦੇ ਵਿੱਚ ਹੈ, ਉਹਦਾ ਪ੍ਰੋਸੈਸਿੰਗ ਟਾਈਮ ਸੀ ਵਿਦਿਨ 12 ਮੰਥਸ, 12 ਮਹੀਨਿਆਂ ਦੇ ਅੰਦਰ ਅੰਦਰ ਜੀ। ਕਿਸੇ ਨੂੰ 4 ਮਹੀਨੇ, ਕਿਸੇ ਨੂੰ 8, ਕਿਸੇ ਨੂੰ 10, ਕਿਸੇ ਨੂੰ 12। ਐਵਰੇਜ ਟਾਈਮ ਹਰ ਕਿਸੇ ਦਾ ਵੱਖਰਾ ਵੱਖਰਾ ਹੁੰਦਾ ਆ ਜੀ। ਲੋਕੀ ਕੰਪੇਅਰ ਕਰਨ ਲੱਗ ਪੈਂਦੇ ਆ ਕਿ ਮੇਰੇ ਫਲਾਣੇ ਦੋਸਤ 4 ਮਹੀਨੇ 'ਚ ਵਾਈਫ ਆ ਗਈ ਸੀ ਜਾਂ 10 ਮਹੀਨੇ ਜਾ ਗਏ ਸੀ, ਮੇਰਾ ਹਜੇ ਫਾਈਲ ਨੰਬਰ ਵੀ ਨਹੀਂ ਆਇਆ। ਸਾਰੇ ਲੋਕਾਂ ਨੂੰ ਇਹੀ ਹੁੰਦਾ ਆ। ਸਾਡੀ ਰਿਕੁਐਸਟ ਹੁੰਦੀ ਆ ਕਿ ਤੁਸੀਂ ਐਜੂਕੇਟ ਕਰੋ ਆਪਣੇ ਆਪ ਨੂੰ। ਆਫਿਸਰਸ ਇਹ ਦੇਖ ਕੇ ਫੈਸਲਾ ਨਹੀਂ ਕਰਦੇ
ਕਿ ਮੈਂ ਫਲਾਣੇ ਦੇ ਦੋਸਤ ਦੀ ਐਪਲੀਕੇਸ਼ਨ ਤੇ ਤਾਂ ਪਹਿਲਾਂ ਫੈਸਲਾ ਦਿੱਤਾ ਸੀ, ਇਹ ਗੁੱਸੇ ਹੋ ਜਾਊ। ਸੋ ਉਹ ਇਹ ਡਿਪਾਰਟਮੈਂਟ ਇਸ ਤਰ੍ਹਾਂ ਕੰਮ ਨਹੀਂ ਕਰਦਾ, ਕੋਈ ਵੀ ਸਰਕਾਰੀ ਡਿਪਾਰਟਮੈਂਟ। ਜੀ ਹੁਣ ਕਰੋਨਾ ਪੈਂਡੈਮਿਕ ਨੇ ਹਰ ਚੀਜ਼ ਨੂੰ, ਹਰ ਪ੍ਰੋਸੈਸਿੰਗ ਟਾਈਮ ਨੂੰ, ਵੱਡੀਆਂ ਤੋਂ ਵੱਡੀਆਂ ਤੇ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਨੂੰ, ਆਸਪੈਕਟ ਨੂੰ, ਸਾਰੇ ਡਾਇਸਪੋਰਾ ਨੂੰ ਅਫੈਕਟ ਬਹੁਤ ਨੈਗੇਟਿਵਲੀ ਕੀਤਾ ਆ। ਇਸ ਵੇਲੇ ਜਿਹੜੇ ਜ਼ਿਆਦਾਤਰ ਇਮੀਗ੍ਰੇਸ਼ਨ ਦੇ ਆਫਿਸਸ ਆ ਉਹ ਬ੍ਰਿਟਿਸ਼ ਕੋਲੰਬੀਆ 'ਚ ਨਹੀਂ ਆ। ਸਪਾਊਸਸ ਐਪਲੀਕੇਸ਼ਨਸ ਜ਼ਿਆਦਾ ਮਿਸੀਸਾਗਾ ਜਾਂ ਸਿਡਨੀ, ਨੋਵਾ ਸਕੋਸ਼ੀਆ 'ਚ ਪ੍ਰੋਸੈਸ ਹੁੰਦੀਆਂ ਆ। ਤੇ ਕੈਨੇਡਾ ਦੇ ਵਿੱਚ ਜ਼ਿਆਦਾ ਪੈਂਡੈਮਿਕ ਦਾ ਜਿਹੜਾ ਅਸਰ ਆ ਉਹ ਵੀ ਉਹਨਾਂ ਥਾਵਾਂ ਤੇ ਬਹੁਤ ਜ਼ਿਆਦਾ ਆ। ਇਸ ਵੇਲੇ 30% ਐਵਰੇਜ ਆਫਿਸਰਸ ਕੰਮ ਕਰ ਰਹੇ ਆ ਕਪੈਸਿਟੀ ਦੇ ਵਿੱਚ, ਨਾ ਕਿ 100% ਕਪੈਸਿਟੀ ਨਾਲ। ਫੋਰ ਐਗਜ਼ਾਮਪਲ ਅਗਰ 50 ਆਫਿਸਰ ਅਗਰ ਕੰਮ ਕਰਦੇ ਸੀ, ਉਹ ਹੁਣ 15 ਕੰਮ ਕਰ ਰਹੇ ਆ। ਤੇ ਇਸ ਕਰਕੇ ਆਫਿਸਰਸ ਵਾਸਤੇ ਇਹ ਪੋਸੀਬਲ ਨਹੀਂ ਆ ਕਿ ਉਹ ਸਾਰੀਆਂ ਐਪਲੀਕੇਸ਼ਨਸ ਨੂੰ ਪੁਰਾਣੇ ਸਮੇਂ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਕੱਢ ਸਕਣ। ਲੋਕਾਂ ਨੂੰ ਅੰਡਰਸਟੈਂਡ ਕਰਨਾ ਪਏਗਾ, ਕੋਆਪਰੇਟ ਕਰਨਾ ਪਏਗਾ, ਤਾਂ ਹੀ ਇਹ ਚੀਜ਼ਾਂ ਨਿਕਲਣਗੀਆਂ। ਪਰ ਗਵਰਨਮੈਂਟ ਨੇ ਇੱਕ ਥੋੜ੍ਹੇ ਦਿਨ ਪਹਿਲਾਂ ਇੱਕ ਬੁਲੇਟਿਨ ਇਸ਼ੂ ਕੀਤਾ ਆ, ਜਿਹਦੇ ਵਿੱਚ ਇਮੀਗ੍ਰੇਸ਼ਨ ਨੇ ਕਲੀਅਰ ਕੀਤਾ ਆ ਕਿ ਅਗਰ ਤੁਹਾਡੀ ਐਪਲੀਕੇਸ਼ਨ ਡਿਲੇ ਆ, ਬੇਸ਼ੱਕ ਉਹ ਸਿਟੀਜ਼ਨ ਦੀ ਆ, PR ਦੀ ਆ, ਵਾਈਫ ਹਸਬੈਂਡ ਦੀ ਆ, ਪੇਰੈਂਟਸ ਦੀ ਆ, ਇਹ ਤਾਂ ਸੋਚੋ ਕਿ ਸਮਥਿੰਗ ਇਜ਼ ਰੋਂਗ ਵਿਦ ਯੂਰ ਫਾਈਲ। ਇਟ ਓਨਲੀ ਮੀਨਸ ਵੀ ਆਰ ਡਿਲੇਡ ਬਿਕੋਜ਼ ਆਫ ਦਾ ਪੈਂਡੈਮਿਕ। ਹਰ ਇੱਕ ਬੰਦੇ ਨੂੰ ਪਤਾ ਆ, ਪਰ ਕਿਉਂਕਿ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਜਲਦੀ ਸਾਰਾ ਕੁਝ ਹੋ ਜਾਵੇ, ਹੋਏਗਾ, ਪਰ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਸਬਰ ਕਰਨਾ ਪਏਗਾ, ਪੇਸ਼ੈਂਸ। ਬਾਕੀ ਗਵਰਨਮੈਂਟ ਨੇ ਇਹ ਵੀ ਅਨਾਊਂਸਮੈਂਟ ਕੀਤੀ ਆ ਕਿ ਉਹ ਕੁਝ ਆਫਿਸਰਸ, ਮੇਰੇ ਖਿਆਲ 'ਚ 92 ਆਫਿਸਰਸ ਨੂੰ ਹਾਇਰ ਕਰ ਰਹੇ ਆ ਪ੍ਰੋਸੈਸਿੰਗ ਫॉर ਦਾ ਸਪਾਊਸਲ ਐਪਲੀਕੇਸ਼ਨਸ। ਤੇ ਉਹਨਾਂ ਨੂੰ ਹੁਣ ਬਹੁਤਿਆਂ ਨੂੰ ਈਮੇਲਸ ਜਾਂ ਕਮਿਊਨੀਕੇਸ਼ਨ ਕੋਈ ਨਾ ਕੋਈ ਆਉਣਾ ਵੀ ਸ਼ੁਰੂ ਹੋ ਗਿਆ ਆ। ਪਰ ਰੈਸਟ ਅਸ਼ੋਰਡ ਨਥਿੰਗ ਰੋਂਗ ਵਿਦ ਦ ਐਪਲੀਕੇਸ਼ਨਸ। ਜੋ ਜ਼ਰੂਰਤ ਹੋਏਗੀ ਆਫਿਸਰ ਮੰਗ ਲਏਗਾ। ਇਹ ਟਾਈਮ ਸਾਰਿਆਂ ਲਈ ਕਰੂਸ਼ਲ ਹੈ, ਚੈਲੰਜਿੰਗ ਹੈ, ਸਬਰ ਨਾਲ ਹੀ ਬੈਠਣਾ ਪਏਗਾ। ਅੱਛਾ, ਅਗਲਾ ਜਿਹੜਾ ਸਵਾਲ ਹੈ ਇਹ ਵੀ ਬਹੁਤ ਕਾਮਨ ਸਵਾਲ ਹੈ ਕਿ ਕੀ ਇਸ ਵਕਤ ਵਿਜ਼ਟਰਸ ਆ ਸਕਦੇ ਆ ਕੈਨੇਡਾ? ਜੇ ਆ ਸਕਦੇ ਆ ਤੇ ਕੌਣ ਆ ਸਕਦੇ? ਤੇ ਇੱਕ ਹੋਰ ਬਹੁਤ ਸਵਾਲ, ਲਗਭਗ ਮੇਰੇ ਹਰੇਕ ਪ੍ਰੋਗਰਾਮ 'ਚ, ਕਿਸੇ ਪ੍ਰੋਗਰਾਮ 'ਚ ਇਹ ਕਮੈਂਟ ਨਹੀਂ ਹੁੰਦਾ ਤੇ ਕਮੈਂਟ ਕੀਤਾ ਹੁੰਦਾ ਕਿ ਕੀ ਮਾਮਾ ਮਾਮੀ ਮਿਲਣ ਆ ਸਕਦੇ ਬੱਚਿਆਂ ਨੂੰ? ਓਕੇ, ਜੋ ਵਿਜ਼ਟਰਸ ਆ ਉਹ ਦੋ ਕੈਟਾਗਰੀਜ਼ ਫਾਲ ਕਰਦੇ ਆ। ਇੱਕ ਵਿਜ਼ਟਰਸ ਹੈਗੇ ਆ ਕਿਸੇ ਕੈਨੇਡੀਅਨ PR ਜਾਂ ਕੈਨੇਡੀਅਨ ਸਿਟੀਜ਼ਨ ਦੇ ਮਾਂ-ਬਾਪ ਜੀ, ਠੀਕ ਹੈ ਜੀ। ਅਗਰ ਉਹਨਾਂ ਦੇ ਕੋਲ ਵੀਜ਼ਾ ਹੈ ਤਾਂ ਉਹ ਕੈਨੇਡਾ ਨੂੰ ਆ ਸਕਦੇ ਆ। ਗਾਈਡਲਾਈਨਸ ਉਹ ਵੀ ਫੋਲੋ ਕਰਨੀਆਂ ਪੈਣਗੀਆਂ, ਹੋਟਲ ਸਟੇ ਔਰ ਜੋ ਸਾਰਿਆਂ ਨੂੰ ਪਤਾ ਹੀ ਹੈਗਾ ਆ ਜੀ। ਪਰ ਉਹਨਾਂ ਨੂੰ ਕਿਸੇ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਆ। ਉਹ ਟਿਕਟ ਲੈ ਕੇ ਆਪਣੇ ਕੈਨੇਡੀਅਨ ਬੱਚੇ ਦੇ ਕੋਲ ਜਾਂ ਸਿਟੀਜ਼ਨ ਬੱਚੇ ਦੇ ਕੋਲ, ਜਿਹੜਾ PR ਔਰ ਸਿਟੀਜ਼ਨ ਹੈ, ਉਹਨੂੰ ਮਿਲਣ ਆ ਸਕਦੇ ਆ। ਪਰ ਜੇ ਕੈਨੇਡੀਅਨ ਸਿਟੀਜ਼ਨ ਔਰ PR ਦੇ ਭੈਣ ਭਰਾ ਜੀ, ਮਾਂ-ਬਾਪ ਤੋਂ ਇਲਾਵਾ ਕੋਈ ਵੀ ਹੋਰ, ਬੱਚਿਆਂ ਤੋਂ ਇਲਾਵਾ, ਮਾਂ-ਬਾਪ ਬੱਚਿਆਂ ਤੋਂ, ਵਾਈਫ ਤੋਂ ਇਲਾਵਾ ਕੋਈ ਹੋਰ ਹੈ, ਉਹਨਾਂ ਨੂੰ ਆਉਣ ਲਈ ਗਵਰਨਮੈਂਟ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਏਗੀ, ਟਰੈਵਲ ਆਥੋਰਾਈਜ਼ੇਸ਼ਨ ਲੈਣੀ ਪਏਗੀ। ਉਹਦੇ ਵਿੱਚ ਇੱਕ ਐਪਲੀਕੇਸ਼ਨ, ਇੱਕ ਈਮੇਲ ਕਰਨੀ ਪੈਂਦੀ ਆ ਡਾਕੂਮੈਂਟਸ ਦੇ ਨਾਲ ਇਮੀਗ੍ਰੇਸ਼ਨ ਨੂੰ। ਵਿਦਿਨ 1 or 2 ਵੀਕਸ, 3 ਵੀਕਸ ਦੇ ਵਿੱਚ ਉਹ ਰਿਪਲਾਈ ਕਰ ਦਿੰਦੇ ਆ। ਤੁਹਾਨੂੰ ਦੱਸਣਾ ਪੈਂਦਾ ਆ ਕਿ ਕਿਹੜੀ ਗੱਲ ਕਰਕੇ ਤੁਸੀਂ ਆਪਣੇ ਹੋਰ ਫੈਮਿਲੀ ਮੈਂਬਰਸ ਨੂੰ, ਐਕਸਟੈਂਡਡ ਫੈਮਿਲੀ ਮੈਂਬਰਸ ਨੂੰ ਬੁਲਾਉਣਾ ਚਾਹੁੰਦੇ ਆ। ਦੂਜੇ ਵਿਜ਼ਟਰਸ ਉਹ ਆ ਜਿਹਨਾਂ ਕਿਸੇ ਟੈਂਪਰੇਰੀ ਰੈਜ਼ੀਡੈਂਟ ਦੇ ਫੈਮਿਲੀ ਮੈਂਬਰਸ ਆ, ਮਾਂ-ਬਾਪ ਆ, ਭੈਣ ਭਰਾ, ਕੋਈ ਵਰਕ ਪਰਮਿਟ, ਕੋਈ ਸਟੂਡੈਂਟ ਆ, ਉਹਦੇ ਮੰਮੀ ਡੈਡੀ ਦੇ ਕੋਲ, ਭੈਣ ਭਰਾਵਾਂ ਕੋਲ ਅਗਰ ਵੀਜ਼ਾ ਹੈਗਾ ਆ ਤਾਂ ਦੇ ਆਰ ਨਾਟ ਐਗਜ਼ੈਂਪਟ ਟੂ ਟਰੈਵਲ ਟੂ ਕੈਨੇਡਾ। ਉਹਨਾਂ ਨੂੰ ਪਹਿਲਾਂ ਟਰੈਵਲ ਆਥੋਰਾਈਜ਼ੇਸ਼ਨ ਅਪਲਾਈ ਕਰਨੀ ਪਏਗੀ ਇਮੀਗ੍ਰੇਸ਼ਨ ਨੂੰ। ਜੇ ਉਹ ਟਰੈਵਲ ਆਥੋਰਾਈਜ਼ੇਸ਼ਨ ਦੇਣ ਤਾਂ ਉਹ ਬੋਰਡ ਕਰ ਸਕਦੇ ਆ। ਹੁਣ ਰੀਸੈਂਟਲੀ ਇੱਕ ਜਾਣ ਪਛਾਣ ਦੇ ਵਿੱਚ ਸਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਆ, ਉਹਨਾਂ ਦੇ ਇੱਥੇ ਫੈਮਿਲੀ ਮੈਂਬਰ ਨੂੰ ਕਾਫੀ ਸੀਰੀਅਸ ਕੰਡੀਸ਼ਨ ਸੀਗੇ। ਉਹਨਾਂ ਦੇ ਕੋਲ, ਉਹਨਾਂ ਦਾ ਜਿਹੜਾ ਸਨ ਇੰਡੀਆ ਆ, ਉਹ ਕਦੇ ਵੀ ਕੈਨੇਡਾ ਨਹੀਂ ਆਇਆ ਔਰ ਨਾ ਉਹਦੇ ਕੋਲ ਵੀਜ਼ਾ ਸੀ। ਅਸੀਂ ਉਹਦਾ ਵੀਜ਼ਾ ਅਪਲਾਈ ਕੀਤਾ, ਆਲਮੋਸਟ ਵਿਦਿਨ 15 ਡੇਜ਼ ਅੰਬੈਸੀ ਦੇ ਵਿੱਚ ਪਾਸਪੋਰਟ ਨਹੀਂ ਕਿਸੇ ਨੇ ਮੰਗਵਾਇਆ ਦਿੱਲੀ ਦੇ ਵਿੱਚ, ਨਾ ਕਿਸੇ ਨੇ ਉਹਦੇ ਫਿੰਗਰਪ੍ਰਿੰਟ ਲਾਏ, ਐਂਡ ਉਹ ਇੱਕ ਵੀਜ਼ੇ ਤੇ ਕੈਨੇਡਾ ਇੱਥੇ 2 ਮਹੀਨੇ ਲਈ ਪਹੁੰਚ ਚੁੱਕਾ ਆ। ਇਹ ਕੁਛ ਕੰਡੀਸ਼ਨਸ ਆ ਜਿਹਦੇ ਵਿੱਚ ਸਾਨੂੰ ਪਬਲਿਕ ਹੈਲਥ ਏਜੰਸੀ ਜਿਹੜੀ PHAC ਆ ਉਹਦੇ ਨਾਲ ਕੰਟੈਕਟ ਕਰਨਾ ਪੈਂਦਾ ਆ। ਅਗਰ ਸਾਡਾ ਕੋਈ ਫੈਮਿਲੀ ਮੈਂਬਰ ਸੀਰੀਅਸਲੀ ਟਰਮੀਨਲੀ ਇਲ ਆ ਤੇ ਸਿਕਨੈਸ ਆ, ਕੁਛ ਵੀ ਹੈਗਾ ਆ, ਤੇ ਅਸੀਂ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਅਗਰ ਵਿਜ਼ਟਰ ਵੀਜ਼ੇ ਤੇ ਚਾਹੀਏ ਤਾਂ ਵਿਦ ਦਾ ਇਨਵੋਲਵਮੈਂਟ ਆਫ ਪਬਲਿਕ ਹੈਲਥ ਏਜੰਸੀ, ਬੇਸ਼ੱਕ ਇੰਡੀਆ ਦੇ ਵਿੱਚ ਵਿਜ਼ਟਰ ਵੀਜ਼ੇ ਦੀ ਪ੍ਰੋਸੈਸਿੰਗ ਪਿਛਲੇ 1 ਸਾਲ ਤੋਂ ਬਿਲਕੁਲ ਨਹੀਂ ਹੋ ਰਹੀ, ਚਾਹੇ ਉਹ ਸੁਪਰ ਵੀਜ਼ਾ ਆ, ਚਾਹੇ ਉਹ ਵਿਜ਼ਟਰ ਵੀਜ਼ਾ ਆ। ਪਰ ਐਕਸੈਪਸ਼ਨਲ ਕੇਸ ਜਿਹੜੇ ਆ 100 ਦੇ ਵਿੱਚੋਂ 1 ਫੇਰ ਵੀ ਪ੍ਰੋਸੈਸ ਹੋ ਜਾਂਦੇ ਆ। ਇਮੀਗ੍ਰੇਸ਼ਨ ਵਾਲੇ
ਇੰਨੇ ਵੀ ਮਾੜੇ ਨਹੀਂ, ਚੰਗੇ ਆ ਸਾਡੇ ਨਾਲ। ਅੱਛਾ, ਹੁਣ ਆਹ ਸਵਾਲ ਬਹੁਤ ਵੱਡਾ ਪੈਦਾ ਹੋ ਗਿਆ, ਜੇ ਮੰਨ ਲਓ ਕੋਈ ਇੱਥੇ ਬੱਚਾ ਸਿਟੀਜ਼ਨ ਹੈ ਜਾਂ ਪੀਆਰ ਹੈ, ਮਾਂ-ਬਾਪ ਹਲੇ ਇੰਡੀਆ ਬੈਠੇ ਹੈ, ਸੁਪਰ ਵੀਜ਼ਾ ਤੁਸੀਂ ਕਹਿੰਦੇ ਹੋ ਮਿਲ ਨਹੀਂ ਸਕਦਾ, ਕੀ ਕੈਨੇਡੀਅਨ ਪੀਆਰ ਜਾਂ ਕੈਨੇਡੀਅਨ ਸਿਟੀਜ਼ਨ ਬੱਚਾ ਆਪਣੇ ਮਾਪਿਆਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਕਿ ਉਹ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ ਜਾਂ ਉਹ ਨਹੀਂ ਹੋ ਰਹੀਆਂ ਜੀ? ਨਹੀਂ, ਫਾਈਲ ਪ੍ਰੋਸੈਸਿੰਗ ਦੇ ਸਿਲਸਿਲੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ, ਇਹ ਉਹਨਾਂ ਵਿਜ਼ਟਰਸ ਦੀ ਕੀਤੀ ਆ ਜਿਨ੍ਹਾਂ ਦੇ ਕੋਲ ਆਲਰੇਡੀ ਵੀਜ਼ਾ ਅਪਰੂਵ ਹੈਗਾ ਆ। ਜਿਨ੍ਹਾਂ ਦੇ ਕੋਲ ਵੀਜ਼ਾ ਨਹੀਂ ਆ, ਬੇਸ਼ੱਕ ਉਹ ਸਿਟੀਜ਼ਨ ਦੇ ਮਾਂ-ਬਾਪ ਨੇ ਜਾਂ ਪੀਆਰ ਦੇ ਜਾਂ ਵਰਕ ਪਰਮਿਟ ਵਾਲੇ ਦੇ ਜਾਂ ਸਟੂਡੈਂਟ ਦੇ, ਉਹਨਾਂ ਦਾ ਵੀਜ਼ਾ ਪ੍ਰੋਸੈਸ ਨਹੀਂ ਹੋ ਸਕਦਾ। ਆਨਲਾਈਨ ਐਪਲੀਕੇਸ਼ਨ ਤੁਸੀਂ ਲਗਾ ਸਕਦੇ ਹੋ, ਉਹ ਜਿਹੀ ਜੀ ਐਪਲੀਕੇਸ਼ਨ ਸਾਡੇ ਕੋਲ ਪਈ ਆ, ਘਰੇ ਪਈ ਆ, ਉਹੀ ਉੱਥੇ ਪਈ ਆ। ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਆ ਹਜੇ ਉਹ ਨਹੀਂ ਹੋ ਰਹੀ, ਉਹਦੇ ਲਈ ਹਜੇ ਵੇਟਿੰਗ ਪੀਰੀਅਡ ਚੱਲ ਰਿਹਾ ਆ, ਕਿਉਂਕਿ ਫਿੰਗਰਪ੍ਰਿੰਟਸ ਹਜੇ ਉਹਨਾਂ ਦੇ ਅਵੇਲੇਬਲ ਨਹੀਂ ਹੋਏ। ਅੰਬੈਸੀ ਨੇ ਹਜੇ VFS ਆਫਿਸ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਫਿੰਗਰਪ੍ਰਿੰਟਸ ਕਰਨੇ, ਬਾਇਓਮੈਟ੍ਰਿਕ ਕਰਨੇ ਸ਼ੁਰੂ ਨਹੀਂ ਕੀਤੇ, ਜਿਹਦੀ ਵਜ੍ਹਾ ਕਰਕੇ ਡਿਸੀਜ਼ਨ ਪੈਂਡਿੰਗਸ ਪਏ ਆ। ਅੱਛਾ, ਹੁਣ ਜਾਣ ਤੋਂ ਪਹਿਲਾਂ ਅਗਲਾ ਤੇ ਆਖਰੀ ਸਵਾਲ ਇਹ ਹੈ ਕਿ ਜਿਹੜੇ ਆਪਾਂ ਨਵੇਂ ਪ੍ਰੋਗਰਾਮ ਦਾ ਜ਼ਿਕਰ ਕੀਤਾ ਕਿ 90,000 ਐਪਲੀਕੈਂਟਸ ਜਿਸ ਦੇ ਵਿੱਚ ਅਪਲਾਈ ਕਰ ਸਕਦੇ ਹੈ, ਕਿ ਉਹਦਾ ਕੋਈ ਪ੍ਰੋਸੈਸਿੰਗ ਟਾਈਮ ਵੀ ਮਿਥਿਆ ਗਿਆ ਜਾਂ ਖੁੱਲੀ ਖੇਡ ਹੀ ਹੈ ਜੀ? ਫਿਲਹਾਲ ਇਹ ਖੁੱਲੀ ਖੇਡ ਹੀ ਆ, ਸਬਰ ਕਰਨਾ ਪਏਗਾ। ਬਸ ਇੰਨਾ ਹੀ ਸ਼ੁਕਰ ਕਰਨਾ ਆ ਰੱਬ ਦਾ ਕਿ ਜਿਨ੍ਹਾਂ 40,000 ਜਾਂ ਜਿਨ੍ਹਾਂ 90,000 ਦਾ ਨੰਬਰ ਆ ਗਿਆ, ਉਹ ਥੈਂਕ ਯੂ ਕਰਨ। ਜੇ ਉਹਨਾਂ ਨੂੰ ਸਬਰ ਨਹੀਂ ਆ ਤਾਂ ਬੇਸ਼ੱਕ ਉਹਨਾਂ ਨੂੰ ਜਿੱਦਾਂ ਕਹਿੰਦੇ ਆ ਵੀ ਉਹ ਫਿਰ ਇਸ ਸਿਸਟਮ ਤੋਂ ਬਾਹਰ ਹੋ ਕੇ ਕਿਸੇ ਸਬਰ ਵਾਲੇ ਨੂੰ ਜਗ੍ਹਾ ਦੇਣ। ਇੰਨਾ ਹੀ ਸ਼ੁਕਰ ਹੋਏਗਾ ਕਿ ਸਾਡੀ ਫਾਈਲ 90,000 ਵਿੱਚ ਸਿਲੈਕਟ ਹੋ ਗਈ ਆ। ਫਿਰ ਟਾਈਮ ਸਾਲ ਲੱਗ ਜਾਵੇ, 1.5 ਸਾਲ ਲੱਗ ਜਾਵੇ, ਘੱਟੋ ਘੱਟ ਇਹ ਤਾਂ ਹੈ ਕਿ ਮੈਂ ਤੇ ਮੇਰੀ ਫੈਮਿਲੀ PR ਤਾਂ ਹੋ ਜਾਏਗੀ। ਸਿਸਟਮ ਦੇ ਵਿੱਚ ਟਾਈਮ ਫਰੇਮ ਕੋਈ ਨਹੀਂ ਆ, ਸਾਰਿਆਂ ਨੂੰ ਸਬਰ ਨਾਲ ਹੀ ਚੱਲਣਾ ਪਏਗਾ। ਜੀ, ਹੁਣ ਤੇ ਐਕਸਪ੍ਰੈਸ ਐਂਟਰੀ ਦਾ ਵੀ ਕੋਈ ਟਾਈਮ ਪੀਰੀਅਡ ਨਹੀਂ ਹੈ। ਪਹਿਲਾਂ ਉਹ 6 ਮਹੀਨੇ ਦੇ ਅੰਦਰ ਪ੍ਰੋਸੈਸਿੰਗ ਹੋ ਜਾਂਦੀ ਸੀ, ਹੁਣ ਉਹ ਕੀ ਕਰਨ, ਡਿਪਾਰਟਮੈਂਟ ਇੱਕ ਹੈ ਪਰ ਉਸ ਡਿਪਾਰਟਮੈਂਟ ਨੂੰ ਕੰਟੈਕਟ ਕਰਨ ਵਾਲੇ ਲੱਖਾਂ ਆ ਜੀ। ਫਿਰ ਉਹ ਡਿਪਾਰਟਮੈਂਟ ਨੇ ਇੱਕ ਫਾਈਲ ਨੂੰ ਪੜ੍ਹਨ ਲਈ ਲੋਕਾਂ ਨੂੰ ਬੜਾ ਗਾਈਡ ਕਰਨਾ ਪੈਂਦਾ, ਐਜੂਕੇਟ ਕਰਨਾ ਪੈਂਦਾ ਕਿ ਜਿਹੜੀ ਵੀ ਫਾਈਲ ਅਸੀਂ ਐਮਬੈਸੀ ਨੂੰ ਸਬਮਿਟ ਕਰਾਉਂਦੇ ਆ ਉਹ 'ਚ 30 ਪੇਪਰ ਹੋਣਗੇ, 50 ਪੇਪਰ ਹੋਣਗੇ। 50 ਪੇਪਰਾਂ ਨੂੰ ਪੜ੍ਹਨ ਲਈ ਆਫਿਸਰ ਨੂੰ ਸਾਲ ਨਹੀਂ ਲੱਗਦਾ, 6 ਮਹੀਨੇ ਨਹੀਂ ਲੱਗਦੇ। ਹਰ ਰੋਜ਼ ਦਾ ਉਹਨਾਂ ਦਾ ਕੰਮ ਹੈ, ਬੜੇ ਐਕਸਪੀਰੀਅੰਸਡ ਉਹ ਆਫਿਸਰਸ ਹੈਗੇ ਆ। ਪਰ ਲਾਈਨ ਲਾਪੀ ਹੀ ਇੰਨੀ ਜ਼ਿਆਦਾ, ਜੇ ਹੁਣ ਮੇਰੇ ਆਫਿਸ ਦੇ ਵਿੱਚ 50,000 ਫਾਈਲ ਅੱਜ ਆ ਕੇ ਡਿੱਗ ਪਵੇ, ਮੈਂ ਉਸ ਫਾਈਲ ਦੀ ਕੰਪਲੀਟਨੈਸ ਵੀ ਚੈੱਕ ਕਰ ਰਹੀ ਹਾਂ, ਮੈਂ ਸਿਕਿਉਰਿਟੀ ਸਕਰੀਨ ਵੀ ਕਰ ਰਹੀ ਹਾਂ, ਮੈਂ ਡਾਕੂਮੈਂਟ ਦੀ ਕੋਈ ਕਮੀ ਪੇਸ਼ੀ ਵੀ ਦੇਖਣੀ ਆ, ਡਾਕੂਮੈਂਟ ਦੀ ਜੈਨੂਇਨਨੈਸ ਵੀ ਦੇਖਣੀ ਆ। ਉਹ 50,000 ਫਾਈਲ ਨੂੰ ਮੈਨੂੰ ਖੁਦ ਨੂੰ ਦੇਖਣ ਲਈ ਦੇਖੋ ਕਿੰਨਾ ਸਮਾਂ ਲੱਗੇਗਾ। ਕਿ ਜਦੋਂ ਵੀ ਕਿਸੇ ਦੀ PR ਹੁੰਦੀ ਆ, ਕੱਲਾ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਦੇ ਵਿੱਚ ਇਨਵੋਲਵ ਨਹੀਂ ਹੁੰਦਾ, ਸਿਕਿਉਰਿਟੀ ਏਜੰਸੀਜ਼ ਤੋਂ ਬੜਾ ਕੁਛ ਆਲੇ ਦੁਆਲੇ ਤੁਹਾਡਾ ਚੈੱਕ ਕਰਾਉਣਾ ਪੈਂਦਾ ਉਹਨਾਂ ਨੂੰ। ਉਹ ਇਨਸਾਈਡ ਪ੍ਰੋਸੈਸ ਹੈ, ਐਡਮਿਨਿਸਟ੍ਰੇਟਿਵ ਲੈਵਲ ਤੇ ਹੁੰਦੀਆਂ ਆ, ਜਿਹੜੀਆਂ ਪਬਲਿਕਲੀ ਸਾਨੂੰ ਨਹੀਂ ਪਤਾ ਹੁੰਦੀਆਂ। ਸੋ ਪੇਸ਼ੈਂਸ ਇਜ਼ ਦਾ ਕੀ ਫॉर ਸਕਸੈਸ। ਸੋ ਜਸਵੀਰ ਜੀ, ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਦਰਸ਼ਕਾਂ ਨੇ ਕਿਸੇ ਹੋਰ ਕਲੈਰਿਟੀ ਦੇ ਵਾਸਤੇ, ਜਾਣਕਾਰੀ ਵਾਸਤੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਕਿਵੇਂ ਸੰਪਰਕ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ? ਸਭ ਤੋਂ ਵਧੀਆ ਸਾਧਨ ਬੈਨੀਪਾਲ ਜੀ, ਲੋਕਾਂ ਦੀ ਕੰਪਲੇਂਟ ਹੁੰਦੀ ਹੈ ਕਿ ਫੋਨ ਆਨਸਰ ਨਹੀਂ ਹੁੰਦੇ, ਬਹੁਤੇ ਨਹੀਂ ਵੀ ਹੋ ਪਾਉਂਦੇ। ਉਹਦਾ ਰੀਜ਼ਨ ਇਹ ਹੈ ਕਿ ਕਲਾਇੰਟ ਬੈਠਾ ਹੋਵੇ ਉਸ ਵਕਤ, ਉਹ ਇੰਨਾ ਹੁੰਦਾ ਹੈ ਕਿ ਸਮਾਂ ਨਹੀਂ ਮਿਲਦਾ ਬਹੁਤ ਵਾਰੀ ਕਾਲ ਆਨਸਰ ਹੋਣ ਦੀਆਂ। ਬੈਟਰ ਹੈਗਾ ਕਿ ਜੇ ਈਮੇਲ ਹੋ ਜਾਵੇ, ਜਿਹੜੀ ਕਿ ਹੈਗੀ ਆ ਜਸਵੀਰ JASB ਫॉर बस IR 78@gmail.com, ਉਹ ਸਭ ਤੋਂ ਵਧੀਆ ਆਨਸਰ ਹੈ। ਉਹਦੇ ਵਿੱਚ ਆਨਸਰ ਆਏਗਾ। ਦੂਸਰੀ ਗੱਲ, ਆਫਿਸ 6 ਦੇ 6 ਦਿਨ ਓਪਨ ਹੈ, ਸੈਟਰਡੇ 2 ਵਜੇ ਤੱਕ। ਯਾਰਕ ਸੈਂਟਰ ਤੁਹਾਨੂੰ ਪਤਾ ਹੀ ਆ ਜੀ ਜੀ, ਤੇ ਉੱਥੇ ਵਿਜ਼ਿਟ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਜੀ। ਸੋ ਜਸਵੀਰ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਇਹਦੇ ਵਿੱਚ ਫੇਰ ਕੋਈ ਅਪਡੇਟ ਆਈ ਤੁਹਾਨੂੰ ਫੇਰ ਤਕਲੀਫ ਦੇਵਾਂਗੇ, ਤੇ ਕਿਸੇ ਦਿਨ ਟੈਕਸ ਦੇ ਬਾਬਤ ਵੀ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਬੈਨੀਪਾਲ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ ਸਮਾਂ ਦੇਣ ਲਈ, ਬਹੁਤ ਬਹੁਤ। ਤੇ ਦੋਸਤੋ, ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਜਸਵੀਰ ਸਿੰਘ ਕਲੇਰ ਹੋਰਾਂ ਦੀ ਜਾਣਕਾਰੀ ਭਰਪੂਰ ਗੱਲਬਾਤ ਵੇਖੀ ਹੈ, ਸੁਣੀ ਹੈ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ, ਜੇਕਰ ਚਾਹੁੰਦੇ ਹੋ ਕਿ ਕੋਈ ਧੋਖੇ ਦਾ, ਕੋਈ ਠੱਗੀ ਦਾ ਸ਼ਿਕਾਰ ਨਾ ਹੋਵੇ, ਅਸਲ ਦੇ ਵਿੱਚ 90,000 ਲੋਕ ਪੱਕੇ ਤਾਂ ਕਰਨੇ ਨੇ, ਦਰਅਸਲ 90,000 ਪਰਿਵਾਰ ਪੱਕੇ ਕਰਨੇ ਨੇ, ਪਰ ਪੱਕੇ ਸਿਰਫ ਉਹ ਕਰਨੇ ਨੇ ਜਿਹੜੇ ਇਸ ਵਕਤ ਕੈਨੇਡਾ ਦੇ ਵਿੱਚ PR ਦੇ ਸਟੇਟਸ ਤੇ ਨਹੀਂ ਸਨ। ਜੇ ਚਾਹੁੰਦੇ ਹੋ ਕਿ ਕੋਈ ਠੱਗੀ ਤੋਂ, ਧੋਖੇ ਤੋਂ ਬਚੇ, ਤਾਂ ਇਸ ਇਨਫੋਰਮੇਸ਼ਨ ਨੂੰ ਅੱਗੇ ਜ਼ਰੂਰ ਪੁੱਜਦੀ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲੈਣਾ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ,
ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।